एह बाणी महापुरख की निज कर वसाए। लोक जाने यो गीत है ये तो ब्रह्म विचार। ज्यों कांसी उपदेश होए मानस मरती बार। वाह वाह बाणी निरंकार है तिस जय बड़े अवर न कोय। वाह वाह बाणी निरंकार है तिस जय बड़े अवर न कोय। ए धुर की बाणी आई तन सगली चिंत मिटाई। ए धुर की बाणी आई तन सगली चिंत मिटाई। वाहिगुरु जी का खालसा वाहिगुरु जी की फतेह। परम सन्मानयोग गुरु प्यारी साध संगत जी, सतगुरु जी की अपार अपार बख्शिश हुई है। निरंकार ने उद्यम बख्शिया है। सतगुरु साहिबान तुठे हैं जो आपां नूं धन धन साहिब श्री गुरु ग्रंथ साहिब जी की गोद सत संगत में जुड़ के बैठन का सुभाग प्राप्त होया है। वडभागे हाँ। कुछ कटानकोट धन्यवाद है सतगुरु जी का जिन्हों ने रहमत करके अपनी गोद विच बैठन का सुभाग बख्शिश किया है। सतगुरु जी तो हमेशा ही टुटे ने साडियां कमियां उणताइयां नूं सतगुरु जी तो हमेशा ही माफ़ करते हैं। पर कदों जदों आपां उन्हां दे बन जाइए। सब अवगुण मैं गुण नहीं कोए क्यों कर कंत मलावा होए। गुरु की गोद का निक आनंद मानते हुए गुरबाणी का रस प्राप्त करते हुए भाई सुरिंदर सिंह जी बड़े ही सुरीले रस भरे अंदाज विच कीर्तन कर रहे सन। मन करता सी होर सुने जाइए। इन्हां दे उपर भी धन धन प्यारे बाबा नंद सिंह जी की अपार कृपा बख्शिश है। सो समय की चाल नूं देखदे होए एक जथा मेरा ख्याल अजे तक पहुँचा ही नहीं। रस्ते च किते पता नहीं कित्थे ट्रैफिक विच फसिया है। सो मन बिरतियां नूं एकागर करो। कुछ समा आपां विचारां करनियां ने क्योंकि धन गुरु ग्रंथ साहिब जी का पहला प्रकाश पुरब पूरे संसार विच बहुत ही धूमधाम दे नाल मनाया गया और मनाया जा रहा है। सो इस संबंध विच इत्थे जो प्रोग्राम बीबी मनदीप कौर दे गृह विखे जनेजा परिवार वालों घर विच भी श्री अखंड पाठ साहिब प्रकाश किए गए जिन्हां दे भोग कल सवेरे पैने ने। सो इन्हां दे विशेष सद्दे पत्तर ते गुरुद्वारे की सारी प्रबंधक कमेटी वालों अज की रात्रि का जो प्रोग्राम लिखा गया
ਤੇ ਸਾਰਿਆਂ ਦਾ ਹੀ, ਸਮੁੱਚੇ ਪਰਿਵਾਰ ਦਾ, ਪ੍ਰਬੰਧਕਾਂ ਦਾ, ਸਮੁੱਚੀ ਸੰਗਤ ਦਾ ਦਾਸ ਕੋਟਾਨ ਕੋਟ ਧੰਨਵਾਦ ਕਰਦਾ ਹੈ, ਜਿਨ੍ਹਾਂ ਨੇ ਸੰਗਤ ਦੇ ਦਰਸ਼ਨ ਕਰਵਾਏ ਨੇ। ਕੁਝ ਸਮਾਂ ਆਪਾਂ ਵਿਚਾਰਾ ਕਰਨੀਆਂ ਨੇ। ਆਪਾਂ ਮਨ ਬਿਰਤੀਆਂ ਕਾਗਰ ਕਰਕੇ ਗੁਰੂ ਦੇ ਚਰਨਾਂ ਦੇ ਨਾਲ ਜੁੜਨ ਦੀ ਕੋਸ਼ਿਸ਼ ਕਰੀਏ। ਇੱਥੇ ਆਉਣਾ ਕਿਸ ਕਾਰਨ ਕਰਕੇ ਆਪਾਂ ਆਏ ਹਾਂ? ਇੱਥੇ ਆਉਣ ਦਾ ਲਾਭ ਕੀ ਹੈ? ਇੱਥੋਂ ਕੀ ਬਖਸ਼ਿਸ਼ ਪ੍ਰਾਪਤ ਕਰਕੇ ਜਾਣਾ ਹੈ? ਸਾਡੇ ਜੀਵਨ ਦਾ ਮਨੋਰਥ ਕੀ ਆ? ਸੰਕਲਪ ਕੀ ਹੈ? ਇਹ ਬਖਸ਼ਾ ਆਪਾਂ ਗੁਰੂ ਦੇ ਚਰਨਾਂ ਵਿੱਚੋਂ ਲੈਣੀਆਂ ਨੇ। ਜਿਤਨੇ ਵੀ ਤੁਸੀਂ ਜਗਿਆਸੂ ਇੱਥੇ ਪਹੁੰਚੇ ਹੋ, ਕੋਈ ਮਨ ਬਹਿਲਾਵਾ, ਕੋਈ ਕੰਨ ਰਸ, ਕੋਈ ਟਾਈਮ ਪਾਸ ਕਰਨ ਵਾਸਤੇ ਜਾਂ ਲੰਗਰ ਦੇ ਵਣਜਾਰੇ ਬਣ ਕੇ ਇਸ ਦਰਬਾਰ ਵਿੱਚ ਨਹੀਂ ਆਉਣਾ। ਤੇ ਕੇਵਲ ਗੁਰੂ ਦੇ ਚਰਨਾਂ ਵਿੱਚੋਂ ਬਖਸ਼ਿਸ਼ ਲੈਣ ਵਾਸਤੇ ਆਉਣਾ। ਜੇ ਐਸਾ ਨਿਸ਼ਾਨਾ, ਐਸੀ ਦ੍ਰਿਸ਼ਟੀ ਧਾਰ ਕੇ ਆਵਾਂਗੇ ਤੇ ਗੁਰੂ ਦੇ ਚਰਨਾਂ ਵਿੱਚੋਂ ਕਦੀ ਇਹ ਜੀਵ ਖਾਲੀ ਨਹੀਂ ਜਾਵੇਗਾ। ਗੁਰੂ ਘਰ ਆਉਣ ਦੇ ਕੁਝ ਨਿਯਮ ਹੁੰਦੇ ਨੇ। ਵੈਸੇ ਤੇ ਗੁਰੂ ਸਾਹਿਬ ਨੇ ਕਿਰਪਾ ਬਖਸ਼ਿਸ਼ ਕੀਤੀ, ਪੂਰਬ ਕਰਮ ਅੰਕਰ ਜਾ ਪ੍ਰਗਟੇ, ਭੇਟਿਓ ਪੁਰਖ ਰਸਕ ਬੈਰਾਗੀ, ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਜਦੋਂ ਘਰੋਂ ਫੁਰਨਾ ਵੀ ਬਣ ਜਾਵੇ ਕਿ ਮੈਂ ਗੁਰੂ ਘਰ ਜਾਣਾ ਹੈ, ਫੁਰਨਾ ਵੀ ਬਣ ਜਾਵੇ, ਉਸੇ ਵਕਤ ਇਹਦੀ ਜਿਹੜੀ ਹਾਜ਼ਰੀ ਦਰਗਾਹ ਦੇ ਵਿੱਚ ਰਜਿਸਟਰ ਤੇ ਚੜ੍ਹ ਜਾਂਦੀ ਹੈ। ਜਿਤਨੇ ਕਦਮ ਘਰੋਂ ਚੱਲ ਕੇ ਗੁਰੂ ਦਰਬਾਰ ਆਉਂਦਾ ਹੈ, ਇੱਕ ਇੱਕ ਕਦਮ ਦਾ ਇਸ ਨੂੰ ਸਮੇਤ ਜਗ ਦਾ ਫਲ ਮਿਲਦਾ। ਜਦੋਂ ਗੁਰੂ ਦੇ ਚਰਨਾਂ 'ਚ ਪਹੁੰਚਦਾ ਹੈ, ਗੁਰੂ ਨੂੰ ਨਮਸਤਕ ਹੁੰਦਾ ਹੈ, ਜਿਤਨੀਆਂ ਪਾਪਾਂ ਦੀਆਂ ਪੰਡਾਂ ਸਿਰ ਤੇ ਚੱਕੀਆਂ ਨੇ, ਸਾਰੀਆਂ ਗੁਰੂ ਦੇ ਚਰਨਾਂ ਵਿੱਚ ਢੇਰੀ ਹੋ ਜਾਂਦੀਆਂ ਨੇ। ਜਦੋਂ ਸੰਗਤ ਵਿੱਚ ਬੈਠ ਕੇ ਗੁਰਬਾਣੀ ਸਰਵਣ ਕਰਦਾ ਹੈ, ਰਸਨਾ ਤੋਂ ਕਹਿੰਦਾ ਸਤਨਾਮ ਸ੍ਰੀ ਵਾਹਿਗੁਰੂ, ਫਿਰ ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿੰਨੀ ਜਨਮਾਂ ਜਨਮਾਤਰਾਂ ਦੀ ਮੈਲ ਹਿਰਦੇ ਨੂੰ ਲੱਗੀ ਹੈ, ਸਾਰੀ ਮੈਲ ਲੈ ਜਾਂਦੀ ਹੈ। ਮਨ ਨਿਰਮਲ ਹੋ ਜਾਂਦਾ, ਆਤਮਾ ਪਵਿੱਤਰ ਹੋ ਜਾਂਦੀ। ਤਾਂ ਇਹ ਆਖਿਆ ਪੂਰਬ ਕਰਮ ਅੰਕਰ ਜਾ ਪ੍ਰਗਟੇ, ਭੇਟਿਓ ਪੁਰਖ ਰਸਕ ਬੈਰਾਗੀ, ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਜਦੋਂ ਵੀ ਗੁਰੂ ਘਰ ਆਉਣਾ ਹੈ, ਇਸ ਅਵਸਥਾ ਵਿੱਚ ਆਉਣਾ ਕਿ ਆਪਾਂ ਕੁਝ ਖੱਟਣਾ ਕਮਾਉਣਾ ਹੈ। ਜਿਤਨਾ ਗੁਰੂ ਗ੍ਰੰਥ ਸਾਹਿਬ ਜੀ ਦਾ ਭੈ ਰੱਖੋਗੇ, ਜਿਤਨਾ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਤੁਹਾਡੇ ਹਿਰਦੇ ਅੰਦਰ ਸਤਿਕਾਰ ਆਵੇਗਾ, ਉਤਨੀਆਂ ਹੀ ਗੁਰੂ ਦੇ ਚਰਨਾਂ 'ਚੋਂ ਬਖਸ਼ਿਸ਼ਾਂ ਮਿਲਣਗੀਆਂ। ਇੱਕ ਇੱਕ ਕਦਮ ਜਦੋਂ ਗੁਰੂ ਘਰ ਦੀ ਬਾਉਂਡਰੀ 'ਚ ਪੈਰ ਧਰਨਾ ਹੈ, ਇੱਕ ਇੱਕ ਕਦਮ ਭੈ ਤੇ ਖੌਫ ਵਿੱਚ, ਗੁਰੂ ਦੇ ਭੈ ਵਿੱਚ ਰਹਿ ਕੇ ਜੋ ਆਪਾਂ ਇੱਥੇ ਗੁਰੂ ਦਰਬਾਰ ਦੇ ਵਿੱਚ ਵਿਚਰਨਾ ਹੈ। ਜਿਤਨਾ ਗੁਰੂ ਗ੍ਰੰਥ ਸਾਹਿਬ ਜੀ ਦਾ ਭੈ ਮੰਨੋਗੇ, ਜਿੰਨਾ ਤੁਹਾਡੇ ਹਿਰਦੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਅਦਬ ਤੇ ਸਤਿਕਾਰ ਹੋਵੇਗਾ, ਉਤਨੀ ਹੀ ਬਖਸ਼ਾਂ ਮਿਲਣਗੀਆਂ। ਜਿਨ ਸੇਵਿਆ ਤਿਨ ਪਾਇਆ ਮਾਨ। ਜਿਨ੍ਹਾਂ ਨੇ ਗੁਰੂ ਨੂੰ ਸੇਵਿਆ ਹੈ, ਗੁਰੂ ਦੇ ਚਰਨੀ ਲੱਗੇ ਨੇ, ਗੁਰੂ ਦਾ ਸਤਿਕਾਰ ਕੀਤਾ ਹੈ, ਉਹਨਾਂ ਨੇ ਮਾਣ ਇੱਜ਼ਤ ਵਡਿਆਈ ਹਾਸਲ ਕੀਤੀ ਹੈ। ਜਿਨ੍ਹਾਂ ਨੇ ਨਹੀਂ ਸੇਵਿਆ, ਨਹੀਂ ਚਰਨੀ ਲੱਗੇ, ਉਹ ਮਾਣ ਇੱਜ਼ਤ ਵਡਿਆਈ ਹਾਸਲ ਨਹੀਂ ਕਰ ਪਾਏ।
जिन नानक सतगुर पूजिया तिन हर पूज करावा। जिन्हां ने अपने गुरु नूं पूजिया है, गुरु का सत्कार किया है, धन गुरु ग्रंथ साहिब दा अदब ते सत्कार किया है, उन्होंने मान इज्जत वडियाई हासिल की है और उन्हां दी पूजा अवश्य हो रही है तो अवश्य होवेगी। जो पूजै सतगुर अपना तिस पूजै सब कोय। जिहड़ा अपने गुरु का अदब ते सत्कार करेगा, गुरु दे चरनी लगेगा, गुरु दे ते अपना आप निसावर करेगा तो गुरु ने अवश्य उहदा सत्कार करा देना। इत्थों तक गुरबाणी विच फरमान किया, जे तू मेरा होए रहें सब जग तेरा होए। अज कौन नहीं कहता कि मैं संसार दे विच मान इज्जत वडियाई हासिल करा। कौन नहीं कहता कि मैनू बजुर्गी हासिल हो जाए। कौन नहीं कहता सारा जगत मेरा बन जाए। हर कोई लोचदा है, लेकिन गुरां ने इत्थे एक बचन कहे, जे तू ये कुछ चाहना है, तू मान इज्जत वडियाई हासिल करनी चाहना है, तू चाहना है जगत मेरा बन जाए, तू चाहना मैनू बजुर्गी हासिल हो जाए, तो फिर तू एक गल करी। सतगुरु जी कहते तू मेरा बन जावे। जे तू मेरा बन जावेगा तो सारा जगत तेरा बन जाएगा। जे तू मेरा होए रहे सब जग तेरा। ये बचन किसने कमाया? ये बचन कमाया धन धन प्यारे बाबा नंद सिंह जी कलेरां वाले ने, जिन्हों ने साख इस बचन ते पहरा दिता, वो बख्शिश हासिल की। तो दास पहला गुरु ग्रंथ साहिब जी ये बाणी सानू कित्थों प्राप्त हुई, किवें आई? क्योंकि ये दिन आप मना रहे। भाई साहब भाई गुरदास जी, धन धन प्यारे बाबा बुढ़ा जी, धन साहिब श्री गुरु अर्जन पातशाही के चरणों च अरदासां बेनतियां जोदड़ियां कर रहे ने। सच्चे पातशाह कृपा करो, बख्शिश करो कि रहिंदी दुनिया तक कलयुगी जीवन का साडा उधार हुंदा रहे। उन्होंने दे मन विच इस चितवनी सी, सोचनी सी कि धन गुरु नानक पातशाह जी तो लैके धन साहिब श्री गुरु अर्जन पातशाह जी तक जितनी बाणी उच्चारण की है, किसी खास ग्रंथ विच लिखित रूप में सांभी नहीं हुई। ना ही कोई ऐसी बाणी मुकर्रर की गई है कि जिस बाणी तो असी पाठ करके ते लाहा प्राप्त कर सकीए, जिस तरह के नितनेम दियां बाणियां, संध्या वेले दियां बाणियां। और उन्होंने दे मन विच ये जदों फुरना बनिया तो सतगुरु जी के चरणों च बेनती की, पातशाह आप कृपा करो, बख्शिश करो, एक कलयुगी जीवन के उधार वास्ते ऐसी कृपा बख्शिश करो जो दुनिया नू ये पता चल सके कि धन गुरु नानक पातशाह जी सानू की उपदेश दिंदे ने। ये तुरकी बाणी तो सानू की शिक्षा मिलती है, धन गुरु नानक पातशाह जी सानू की मार्ग दिखलाउंदे ने। सतगुरु जी कहते गल तां तुहाडी ठीक है, पर उपराला बहुत करना पवेगा। कुछ समय के मुताबिक होर भी कई ऐसियां घटनावां वापरनियां शुरू हो गईयां। इस गुरबाणी विच मिलावट होनी शुरू हो गई। एक दफ़ा धन गुरु अर्जन पातशाह जी किसी रिश्तेदार के समागम ते गए, उत्थे कीर्तन हो रहा सी, पर कच्ची बाणी पढ़ी जा रही सी। पिछे नानक पद लगाया गया तो मन नूं बड़ा खौफ होया कि ते बाणी विच मिलावट होनी शुरू हो गई।
ਹੋਰ ਵੀ ਬਹੁਤ ਸਾਰੀਆਂ ਘਟਨਾਵਾਂ ਹੋਈਆਂ। ਜੇ ਹਰਿਮੰਦਰ ਸਾਹਿਬ ਦੀ ਸਥਾਪਨਾ ਕੀਤੀ, ਸਰੋਵਰ ਤਿਆਰ ਕੀਤਾ, ਤੇ ਮੁਕਾਬਲੇ ਤੇ ਪ੍ਰਿਥੀ ਚੰਦ ਨੇ ਸਰੋਵਰ ਤਿਆਰ ਕਰ ਦਿੱਤਾ, ਪਰ ਜਾਵੇ ਕੋਈ ਨਾ। ਪ੍ਰਿਥੀ ਚੰਦ ਕਹਿੰਦਾ ਕਿ ਜੇ ਅਰਜਨ ਬਾਣੀ ਉਚਾਰਨ ਕਰ ਸਕਦਾ ਤੇ ਮੈਂ ਨਹੀਂ ਕਰ ਸਕਦਾ। ਤੇ ਬਾਣੀ ਕੀ ਉਚਾਰਨ ਕੀਤੀ? ਧੰਨ ਗੁਰੂ ਅਰਜਨ ਪਾਤਸ਼ਾਹ ਜੀ ਨੇ ਸੁਖਮਨੀ ਸਾਹਿਬ ਜੀ ਦਾ ਪਾਠ ਬਾਣੀ ਉਚਾਰਨ ਕੀਤੀ। 8ਵੀਂ ਪੌੜੀ ਜਦੋਂ ਆਪਾਂ ਪੜ੍ਹਦੇ ਹਾਂ ਤੇ 8ਵੀਂ ਪੌੜੀ ਦੇ ਵਿੱਚ ਸ਼ਲੋਕ ਆਉਂਦਾ, ਮਨ ਸਾਚਾ ਮੁਖ ਸਾਚਾ ਸੋਏ, ਅਵਰ ਨ ਪੇਖੈ ਏਕਸ ਬਿਨ ਕੋਏ, ਨਾਨਕ ਲਸਣ ਬ੍ਰਹਮ ਗਿਆਨੀ। ਜਿਹਦਾ ਮਨ ਸੱਚਾ ਹੈ, ਮੁਖ ਸੱਚਾ ਹੈ, ਇੱਕ ਅਕਾਲ ਪੁਰਖ ਤੋਂ ਬਿਨਾਂ ਕਿਸੇ ਦੀ ਮਨੌਤ ਨਹੀਂ ਮੰਨਦਾ। ਤੇ ਇਸ ਅਵਸਥਾ ਵਿੱਚ ਜਿਹੜਾ ਹੈ ਉਹ ਬ੍ਰਹਮ ਦੀ ਅਵਸਥਾ ਵਿੱਚ ਹੈ, ਉਹ ਬ੍ਰਹਮ ਗਿਆਨੀ ਹੈ। ਤੇ ਪ੍ਰਿਥੀ ਚੰਦ ਨੇ ਇਹਨਾਂ ਪੰਕਤੀਆਂ ਦੇ ਆਧਾਰ 'ਤੇ ਕੀ ਉਚਾਰਨ ਕੀਤਾ? ਕਹਿੰਦਾ ਏਕ ਨੇ ਕਹੀ ਦੂਸਰੇ ਨੇ ਮਾਨੀ, ਦੋਨੋਂ ਨਾਨਕ ਦੋਨੋਂ ਬ੍ਰਹਮ ਗਿਆਨੀ। ਪਰ ਜੇ ਇਹਦਾ ਮੀਨਿੰਗ ਭਾਵ ਦੇਖਿਆ ਜਾਵੇ, ਇੱਕ ਬੰਦਾ ਕਹਿੰਦਾ ਜਾ ਫਲਾਣੇ ਬੰਦੇ ਦੇ 2 ਲੱਫੜ ਲਾ ਆ, ਉਹਦੀ ਪੱਗ ਉਤਾਰ ਦੇ, ਉਹ ਐਸੇ ਕਰਮ ਕਰਦੇ ਨਾਲ ਬ੍ਰਹਮ ਗਿਆਨੀ ਬਣ ਜਾਵੇਗਾ। ਬੁਰੇ ਕੰਮ ਦਾ ਤਾਂ ਬੁਰਾ ਨਤੀਜਾ ਨਿਕਲਦਾ ਹੈ। ਬ੍ਰਹਮ ਗਿਆਨੀ ਦੀ ਜਿਹੜੀ ਅਵਸਥਾ ਬੜੀ ਦੂਰ ਦੀ ਹੈ। ਐਸੀਆਂ ਹਰਕਤਾਂ ਕਰਨੀਆਂ ਦੇ ਨਾਲ ਬ੍ਰਹਮ ਗਿਆਨੀ ਨਹੀਂ ਬਣਿਆ ਜਾਂਦਾ। ਇਹ ਜਿਹੜੀ ਪੰਕਤੀ ਹੈ ਇਹ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿਤੇ ਵੀ ਦਰਜ ਨਹੀਂ, ਪਰ ਆਮ ਤੌਰ 'ਤੇ ਕਿਤੇ ਸੱਥ 'ਚ ਬੈਠੇ ਹੋਣ, ਕੋਈ ਆਵੇਂ ਕੋਈ ਗੱਲਬਾਤ ਉੱਤੇ ਰੌਲਾ ਚੱਲਦਾ ਹੋਵੇ, ਤੇ ਉਸ ਟਾਈਮ 'ਤੇ ਆਮ ਲੋਕ ਇਸ ਪੰਕਤੀ ਦਾ ਵਰਣਨ ਕਰਦੇ ਨੇ ਕਿ ਚੱਲ ਯਾਰ ਸਾਡੇ ਇੱਕ ਨੇ ਕਹੀ ਦੂਸਰੇ ਨੇ ਮਾਨੀ, ਨਾਨਕ ਦੋਨੋਂ ਬ੍ਰਹਮ ਗਿਆਨੀ। ਪਰ ਇਹਦਾ ਮੀਨਿੰਗ ਭਾਵ ਜਿਹੜਾ ਇਹ ਗਲਤ ਆ। ਹੋਰ ਵੀ ਐਸੀਆਂ ਬੜੀਆਂ ਘਟਨਾਵਾਂ ਵਾਪਰੀਆਂ, ਕੁਛ ਐਸੇ ਕਾਰਨਾਂ ਕਰਕੇ। ਕੁਛ ਧੰਨ ਧੰਨ ਪਿਆਰੇ ਬਾਬਾ ਬੁੱਢਾ ਜੀ, ਭਾਈ ਸਾਹਿਬ ਭਾਈ ਗੁਰਦਾਸ ਦੀਆਂ ਬੇਨਤੀਆਂ ਨੂੰ ਮੁੱਖ ਰੱਖਦਿਆਂ ਹੋਇਆਂ ਸਤਿਗੁਰੂ ਜੀ ਨੇ ਹੁਕਮਨਾਮੇ ਜਾਰੀ ਕੀਤੇ ਕਿ ਜਿਸ ਦੇ ਵੀ ਗੁਰਬਾਣੀ ਕੰਠ ਹੈ, ਯਾਦ ਹੈ, ਜਾਂ ਕਿਸੇ ਕੋਲ ਲਿਖਤ ਰੂਪ ਵਿੱਚ ਪਈ ਹੈ, ਤੇ ਉਹ ਹਰਿਮੰਦਰ ਸਾਹਿਬ ਆ ਕੇ ਤੇ ਦਰਜ ਕਰਵਾ ਕੇ ਜਾਵੇ। ਸਤਿਗੁਰੂ ਜੀ ਨੇ ਭਾਦਰੋਂ ਸੁਦੀ ਏਕਮ 1661 ਈਸਵੀ ਨੂੰ ਰਾਮਸਰ ਸਰੋਵਰ ਦੇ ਕਿਨਾਰੇ ਤੇ ਬੈਠ ਕੇ ਸਾਰੇ ਗੁਰੂਆਂ ਦੀ ਬਾਣੀ ਨੂੰ ਇਕੱਤਰ ਕਰਕੇ ਪੋਥੀ ਪਰਮੇਸ਼ਰ ਦਾ ਥਾਨ ਕਹਿ ਕੇ ਨਵਾਜਿਆ। ਔਰ ਸਤਿਗੁਰੂ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਦੇ ਰਸਰਾਂ ਤੋਂ ਕਿੰਨੀ ਬਾਣੀ ਆਈ ਹੈ, ਤੇ ਐਸੇ ਕਾਰਜ ਕਰਦੇ ਵੀ ਕਿਉਂ ਨਾ। ਅਜੇ ਛੋਟੀ ਆਜੂ ਵਿੱਚ ਸਨ, ਜਦੋਂ ਰਿੜ੍ਹਦੇ ਆਪਣੇ ਨਾਨੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਸਿੰਘਾਸਨ 'ਤੇ ਚੜ੍ਹਨ ਦੀ ਕੋਸ਼ਿਸ਼ ਕਰ ਰਹੇ ਨੇ। ਪਾਵੇ ਨੂੰ ਹੱਥ ਪਾਇਆ, ਪਲੰਗ ਦੇ ਉੱਪਰ ਚੜ੍ਹਨ ਦੀ ਕੋਸ਼ਿਸ਼ ਕਰ ਰਹੇ ਨੇ। ਬੀਬੀ ਭਾਨੀ ਭੱਜੀ ਆਈ ਏ, ਆ ਕੇ ਤੇ ਉੱਤੇ ਚੜ੍ਹਨ ਤੋਂ ਰੋਕਿਆ, ਚੱਕ ਲਿਆਏ। ਤੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿੰਦੇ, ਭਾਨੀਏ ਇਸ ਨੂੰ ਰੋਕੋ ਨਾ। ਕਹਿੰਦੇ ਚੜ੍ਹਨ ਦਿਓ ਪਲੰਗ ਤੇ। ਕਹਿੰਦੇ ਸਾਡਾ ਦੋਤਰਾ ਲੱਗਦਾ ਏ। ਕਹਿੰਦੇ ਬੇਸ਼ੱਕ ਸਾਡਾ ਦੋਤਰਾ ਲੱਗਦਾ ਏ, ਪਰ ਬਚਨ ਸਹਿਜ ਸੁਭਾਏ ਨਿਕਲਿਆ, ਦੋਹੇ ਥਾ ਬਾਣੀ ਕਾ ਬੋਹੇ ਥਾ। ਇਹ ਬਾਣੀ ਦਾ ਸਮੁੰਦਰ ਹੋਵੇਗਾ। ਭੁੱਲੀ ਭਟਕੀ ਮਨੁੱਖਤਾ ਨੂੰ ਸੰਸਾਰ ਸਮੁੰਦਰ ਤੋਂ, ਭਵ ਸਾਗਰ ਤੋਂ ਪਾਰ ਲੰਘਾਉਣ ਵਾਸਤੇ ਇਸ ਗੁਰਬਾਣੀ ਦੀ ਓਟ ਆਸਰਾ ਦੇਵੇਗਾ। ਧੰਨ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ, ਭਾਨੀਏ ਇਸ ਨੂੰ ਸਾਨੂੰ ਪਕੜਾ ਦੇ। ਕਹਿੰਦੇ ਭਾਨੀਏ ਇਸ ਨੂੰ ਸਾਨੂੰ ਪਕੜਾ ਦੇ। ਬੀਬੀ ਭਾਨੀ ਨੇ ਆਪਣੇ ਪਿਤਾ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਹੱਥਾਂ ਵਿੱਚ ਪਕੜਾ ਦਿੱਤਾ ਹੈ।
ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੋਤਰੇ ਨੂੰ ਹੱਥਾਂ ਦੇ ਵਿੱਚ ਲੈ ਕੇ ਚੱਕ ਕੇ ਤੇ ਤੋਲਣ ਲੱਗੇ, ਜਿਵੇਂ ਕਿਸੇ ਚੀਜ਼ ਦਾ ਵਜ਼ਨ ਤੋਲੀਦਾ। ਕਹਿੰਦੇ ਭਾਨੀਏ ਤੇਰਾ ਪੁੱਤਰ ਬੜਾ ਭਾਰਾ। ਕਹਿੰਦੇ ਭਾਨੀਏ ਤੇਰਾ ਪੁੱਤਰ ਬੜਾ ਭਾਰਾ। ਬੀਬੀ ਭਾਨੀ ਕਹਿੰਦੀ ਸਤਿਗੁਰੂ ਜੀ ਪਿਤਾ ਜੀ ਤੁਹਾਡੀਆਂ ਰਹਿਮਤਾਂ, ਤੁਹਾਡੀਆਂ ਬਖਸ਼ਿਸ਼ਾਂ ਤੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਰਸਰਾਂ ਤੋਂ ਉਸ ਵਕਤ ਇਹ ਬਚਨ ਨਿਕਲਿਆ, ਕਹਿੰਦੇ ਭਾਰੀ ਗੁਰੂ ਜਗ ਮੇਂ ਬੜਤੇ ਹੈ ਬਾਣੀ ਕੋ ਬੋਹਿਤ ਬੜ ਹੈ। ਭਾਨੀਏ ਤੇਰਾ ਪੁੱਤਰ ਸੰਸਾਰ ਦੇ ਵਿੱਚ ਬਹੁਤ ਵੱਡਾ ਭਾਰੀ ਗੁਰੂ ਬਣੇਗਾ ਔਰ ਤਿੰਨ ਐਸੇ ਕੰਮ ਕਰੇਗਾ ਜੋ ਦੁਨੀਆ ਵਾਸਤੇ ਨਾ ਆਸਾਨੀ ਹੋਣਗੇ। ਬੀਬੀ ਭਾਨੀ ਕਹਿੰਦੀ ਸਤਿਗੁਰੂ ਪਿਤਾ ਜੀ ਕਿਹੜੇ ਤਿੰਨ ਕੰਮ ਕਰੇਗਾ? ਸਤਿਗੁਰੂ ਜੀ ਕਹਿਣ ਲੱਗੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿੰਦੇ ਸਭ ਤੋਂ ਪਹਿਲਾ ਵੱਡਾ ਕੰਮ ਇਹ ਕਰੇਗਾ, ਆਪਣੀ ਰਸਨਾ ਤੋਂ ਬਾਣੀ ਉਚਾਰਨ ਕਰੇਗਾ। ਤੁਸੀਂ ਦੇਖ ਲਓ ਕਿੰਨੀ ਬਾਣੀ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਦੀ ਰਸਨਾ ਤੋਂ ਆਈ ਹੈ। ਤੁਸੀਂ ਬਾਣੀ ਪੜ੍ਹਦੇ ਹੋ, ਸੁਣਦੇ ਹੋ। ਕਹਿੰਦੇ ਦੂਸਰਾ ਵੱਡਾ ਕੰਮ ਇਹ ਕਰੇਗਾ, ਆਪਣੀ ਸਪੁੱਤਰੀ ਬੀਬੀ ਭਾਨੀ ਨੂੰ ਕਹਿ ਰਹੇ ਨੇ, ਕਹਿੰਦੇ ਭਾਨੀਏ ਦੂਸਰਾ ਵੱਡਾ ਕੰਮ ਇਹ ਕਰੇਗਾ। ਉਸ ਟਾਈਮ ਤੇ ਸਰੋਵਰ ਦੀ ਜੋ ਕਾਰ ਸੇਵਾ ਚੱਲ ਰਹੀ ਸੀ, ਉਸ ਟਾਈਮ ਤੇ ਉਹ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਸਰੋਵਰ ਤਿਆਰ ਕਰਾਇਆ ਤੇ ਉਸ ਟਾਈਮ ਤੇ ਸਰੋਵਰ ਦੀ ਸੇਵਾ ਚੱਲ ਰਹੀ ਸੀ। ਕਹਿੰਦੇ ਭਾਨੀਏ ਇਹ ਜਿਹੜਾ ਸਰੋਵਰ ਤਿਆਰ ਹੋ ਰਿਹਾ ਹੈ, ਇਸ ਦੇ ਵਿੱਚ ਸੋਹਣਾ ਹਰਮੰਦਰ ਤਿਆਰ ਕਰਾਵੇਗਾ। ਇਹ ਦੂਸਰਾ ਵੱਡਾ ਕੰਮ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਨੇ ਕੀਤਾ। ਕਹਿੰਦੇ ਤੀਸਰਾ ਵੱਡਾ ਕੰਮ ਇਹ ਕਰੇਗਾ, ਸਾਰੇ ਗੁਰੂਆਂ ਦੀ ਬਾਣੀ ਨੂੰ ਇਕੱਤਰ ਕਰਕੇ ਇਸ ਭੁੱਲੀ ਭਟਕੀ ਮਨੁੱਖਤਾ ਨੂੰ ਭਵ ਸਾਗਰ ਤੋਂ ਪਾਰ ਲੰਘਾਉਣ ਵਾਸਤੇ ਇਸ ਗੁਰਬਾਣੀ ਦਾ ਪ੍ਰਕਾਸ਼ ਕਰੇਗਾ। ਤੇ ਕਿਉਂ ਨਾ ਇਤਨੇ ਵੱਡੇ ਕੰਮ ਕਰਦੇ, ਕਿਉਂ ਨਾ ਏਡੇ ਵੱਡੇ ਕਾਰਜ ਕਰਦੇ, ਅਜੇ ਛੋਟੀ ਆਜੂ ਵਿੱਚ ਇਤਨੇ ਵੱਡੇ ਵਰ ਪ੍ਰਾਪਤ ਹੋ ਗਏ ਨੇ। ਇਹ ਬਖਸ਼ਿਸ਼ ਹੋ ਗਈ, ਉਸੇ ਵਕਤ ਬਚਨ ਹੋ ਗਏ ਸਨ। ਇਹ ਐਸੇ ਕਾਰਜ ਉਹਨਾਂ ਨੇ ਕਰਨੇ ਹੀ ਸਨ। ਤੇ ਜਿਸ ਦਿਨ ਹਰਿਮੰਦਰ ਸਾਹਿਬ ਦੇ ਅੰਦਰ ਪ੍ਰਕਾਸ਼ ਕਰਦੇ ਸਨ, ਦਿਨ ਨਿਯਤ ਕੀਤਾ। ਨਿਯਤ ਦਿਨ ਤੇ ਸਾਰੇ ਹੀ ਮਜ਼ਹਬਾਂ ਧਰਮਾਂ ਦੇ ਲੋਕਾਂ ਨੂੰ ਬੁਲਾਇਆ ਗਿਆ। ਦੂਰ ਦਰੇਡੇ ਮੈਸੇਜ ਭੇਜੇ ਗਏ। ਕੋਈ ਇਹ ਨਾ ਕਵੇ ਕਿ ਸਾਨੂੰ ਤੇ ਪਤਾ ਨਹੀਂ ਲੱਗਾ, ਇਹ ਐਡਾ ਵੱਡਾ ਕਾਰਜ ਕਰਨਾ ਸੀ, ਸਾਨੂੰ ਦੱਸਿਆ ਹੀ ਨਹੀਂ, ਸਾਨੂੰ ਤਾਂ ਪਤਾ ਹੀ ਨਹੀਂ ਲੱਗਾ। ਔਰ ਸਭਨਾਂ ਨੂੰ ਬੁਲਾਇਆ ਗਿਆ। ਤੇ ਨਿਯਤ ਦਿਨ ਤੇ ਸਤਿਗੁਰੂ ਜੀ ਨੇ ਪਹਿਲਾਂ ਹਰਿਮੰਦਰ ਦੇ ਅੰਦਰ ਕੀਰਤਨ ਦੀ ਪ੍ਰਾਰੰਭਤਾ ਕੀਤੀ। ਪਹਿਲਾਂ ਕੀਰਤਨ ਪ੍ਰਾਰੰਭ ਕਰਵਾਇਆ ਗਿਆ। ਅੱਜ ਵੀ ਉਹੀ ਕਹਿਦਾ ਹੈ। ਤੇ ਜਿਸ ਵਕਤ ਅੰਦਰ ਸਰੂਪ ਲੈ ਕੇ ਜਾਣਾ ਸੀ ਤੇ ਬਾਬਾ ਬੁੱਢਾ ਜੀ ਨੂੰ ਮੁੱਖ ਗ੍ਰੰਥੀ ਨਿਯਤ ਕੀਤਾ। ਬਾਬਾ ਬੁੱਢਾ ਜੀ ਦੇ ਸੀਸ ਤੇ ਸਰੂਪ ਚੁਕਾਇਆ ਗਿਆ। ਆਪ ਪਿੱਛੇ ਚੌਰ ਲੈ ਕੇ ਖੜ ਗਏ ਨੇ। ਸਾਹਿਬਜ਼ਾਦੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨਾਲ ਨੇ। ਸੰਗਤਾਂ ਦਾ ਬਹੁਤ ਵੱਡਾ ਭਾਰੀ ਇਕੱਠ ਹੈ ਤੇ ਬਾਣੀ ਪੜ੍ਹਦੇ ਹੋਏ ਹਰਿਮੰਦਰ ਨੂੰ ਚਾਲੇ ਪਾਏ ਨੇ। ਜਦੋਂ ਹਰਿਮੰਦਰ ਦੇ ਅੰਦਰ ਦਾਖਲ ਹੋਏ ਨੇ, ਜਿਹੜੇ ਕੀਰਤਨੀਏ ਸੰਘ ਸਨ ਉਹਨਾਂ ਨੇ ਕੀਰਤਨ ਬੰਦ ਕਰ ਦਿੱਤਾ। ਗੁਰਬਾਣੀ ਦੇ ਸਤਿਕਾਰ ਵਜੋਂ ਉੱਠ ਕੇ ਖੜੇ ਹੋ ਗਏ। ਧੰਨ ਗੁਰੂ ਅਰਜਨ ਪਾਤਸ਼ਾਹ ਜੀ ਕਹਿੰਦੇ ਬਾਬਾ ਬੁੱਢਾ ਜੀ ਨੂੰ, ਬਾਬਾ ਬੁੱਢਾ ਸਾਹਿਬ ਕਹਿੰਦੇ ਖੋਲੋ ਗ੍ਰੰਥ, ਕਹਿੰਦੇ ਲਿਓ ਆਵਾਜ਼, ਸੁਣੇ ਸਭ ਪੰਥ। ਕਹਿੰਦੇ ਇਹਦਾ ਪ੍ਰਕਾਸ਼ ਕਰੋ। ਤੇ ਅੱਜ ਆਪਾਂ ਕਹਿੰਦੇ ਹੁਕਮਨਾਮਾ ਲਵੋ, ਹੁਕਮਨਾਮਾ ਸਰਵਣ ਕਰਾਓ। ਪਰ ਉਸ ਟਾਈਮ ਤੇ ਕੀ ਬਚਨ ਸਨ, ਕੀ ਆਵਾਜ਼ ਸੀ? ਕਹਿੰਦੇ ਆਵਾਜ਼ਾਂ ਲਓ, ਆਵਾਜ਼ਾਂ ਲਓ, ਹੁਕਮਨਾਮਾ ਸਰਵਣ ਕਰਾਓ, ਆਵਾਜ਼ਾਂ ਲਓ। ਕਹਿੰਦੇ ਲਿਓ ਆਵਾਜ਼, ਆਵਾਜ਼ਾਂ ਲਓ। ਤੇ ਇਸ ਆਵਾਜ਼ ਨੂੰ ਸਾਰਾ ਜਗਤ ਪੰਥ ਸੁਣੇ।
कहते खोलो ग्रंथ लिहो आवाज सुने सब पंथ। प्रकाश किए गए, हुक्मनामा श्रवण कराया गया। हुक्मनामा आया सूही महला पंजवा। संतां के कार्य आप खलोआ हर कम करावन आया। ये हुक्मनामा आया। ये पहला हुक्मनामा जिस वक्त प्रकाश किए गए। और ये हुक्मनामा रहिंदी दुनिया तक अमर रहेगा। प्रकाश करने तो बाद सतगुरु जी ने इस गुरबाणी में बहुत सारे वर दिते, बचन किते। कहते सतगुर केर शरीर जो सब थान समय सब न दरसे। ग्रंथ हृदा गुर को ए जानो उत्तम है सब काल रहे। कहते मैं हरमंदर साहब बैठा, दुनिया के कोने कोने के लोग बैठे, कोई दिल्ली, कोई बंबे, कोई कलकत्ते, कोई फरीदाबाद, कोई बाहरले कंट्रियां बैठे आ। जो वो हरमंदर साहब आउणगे ताई मेरे दर्शन करनगे ना। तो कहते इतने थाई मेरा शरीर नहीं जा सकता। इसलिए ये जो प्रकाश किया है, ये प्रकाश सारी दुनिया ते होवेगा। कहते इसनों मनना किवें ग्रंथ हृदा गुर को ए जानो। की कहन लगे सतगुरु जी? कहते ये जो मैं प्रकाश किया है, इसनों किवें समझना, किवें मनना है। इस ग्रंथ नूं किवें मनना है, ये सिख कोलों वचनबंद करवा रहे ने धन गुरु अर्जन पातशाह जी। जिहड़ा वचनबंद धन गुरु गोबिंद सिंह कलगीधर पातशाह ने सचखंड जान लग्या करवाया। धन गुरु गोबिंद सिंह जी ने की वचनबंद करवाया? कहते आज्ञा भई अकाल की तभी चलायो पंथ, सब सिखण को हुक्म है गुरु मानियो ग्रंथ। कोई बेनती नहीं की। बेनती का मतलब कोई मन्ने चाहे ना मन्ने, लेकिन हुक्म मनना पैंदा। हुक्म कौन कर सकता? पातशाह ही हुक्म कर सकता। ये हुक्म लाया सतगुरु जी ने, कोई बेनती नहीं की। तो की आपां इस हुक्म नूं मान लिया? ये गुरु साहब ने हुक्म लाया, नाल ये भी हुक्म ला दिता कि गुरु ग्रंथ जी मानियो किवें? प्रगट गुरां की। प्रगट किनूं कहंदे आ? आपां सारे प्रगट रूप विच बैठे हैं। आपां सारे प्रगट रूप विच बैठे हाँ। तो सतगुरु जी कहंदे इस तरह मनना है, प्रगट जान के जागत जोत समझ के इन्हां दी पूजा करनी है। ये हुक्म धन गुरु गोबिंद सिंह जी दे लाया। पर यह जड़ा हुक्म गुरु गोबिंद सिंह जी ने लाया, ये हुक्म तो धन गुरु अर्जन पातशाह जी ने उदन ही ला दिता सी जिदन पहला प्रकाश किया। क्योंकि उन्होंने पता सी कि आने वाले समय में इस ही गुरबाणी नूं गुराई प्राप्त होनी है। ताई चौथे पातशाह जी ने आख्या बाणी गुरु गुरु है बाणी, विच बाणी अमृत सारे, गुरबाणी कहे सेवक जन माने, प्रतख गुरु निस्तारे। ये धन गुरु अर्जन पातशाह ने उदन हुक्म लाया सी, सिख नूं वचनबंद किया जिस वक्त प्रकाश किया। कहते पूजो चंदन केसर को कहे धूप दिखाए तो फूल चढ़े। बेशक अन्न जल समती दे नाल पूजा करो, धूप दिखाओ, चंदन लाओ, केसर लाओ, सोने वस्त्र पहनाओ, भोग लवाओ, जो कुछ तुसी करोगे सब कुछ ठीक है। ये धन गुरु अर्जन पातशाह जी फरमा रहे ने, जो कुछ भी तुसी करोगे सब कुछ ठीक है, पर एक गल का ख्याल रखना। कहते जो कुछ करोगे ठीक है, पर एक गल का ख्याल रखना। जिहड़ी गल मैं तुहानूं कह रहा इस गल ते वचनबंद होना। धन गुरु अर्जन पातशाह जी कह रहे हैं। तो वचनबंद की होना? कहते इस ग्रंथ नूं मेरा हिरदा समझना।
ਇਹ ਬਚਨ ਕੀਤਾ ਸਤਿਗੁਰੂ ਜੀ ਨੇ। ਬਾਕੀ ਜੋ ਕੁਝ ਤੁਸੀਂ ਕਰੋਗੇ ਠੀਕ ਹੈ, ਪਰ ਇਹ ਗੱਲ ਦਿਲ ਵਿੱਚ ਪੱਕੀ ਗੰਢ ਬੰਨ੍ਹ ਲੈਣੀ ਕਿ ਇਸ ਗ੍ਰੰਥ ਨੂੰ ਮੇਰਾ ਹਿਰਦਾ ਸਮਝ ਕੇ ਇਹਨਾਂ ਦੀ ਪੂਜਾ ਕਰਨੀ। ਕਹਿੰਦੇ ਮੇਰੋ ਸਰੀਰ ਸੇ ਦੀਰਘ ਹੈ ਜੇ, ਮੇਰੇ ਸਰੀਰ ਨੇ ਤਾਂ ਬਿਨ ਸੇ ਜਾਣਾ, ਇਸ ਦੀਵੀਂ ਕਾਲ ਰਹਿਣ ਵਾਲੀ ਵਸਤੂ ਦੇ ਚੱਲਿਆ ਤੁਹਾਨੂੰ। ਕਹਿੰਦੇ ਮੇਰੋ ਸਰੀਰ ਸੇ ਦੀਰਘ ਹੈ ਜੇ, ਕਹਿੰਦੇ ਸਾਹਿਬ ਜਾਨ ਆਦੇਵ ਕਹੇ। ਹੋਰ ਵੀ ਬੜੇ ਵਾਰ ਦਿੱਤੇ। ਕਹਿੰਦੇ ਸੰਸਕ੍ਰਿਤ ਅਰ ਤੁਰਕਨ ਭਾਸ਼ਾ ਇਸ ਸਮੇਂ ਲਿਖ ਲਿਵੋ ਬੁੱਧੀ ਰਾਸਾ। ਇਹ ਜਿਹੜੀ ਬਾਣੀ ਉਚਾਰਨ ਕੀਤੀ ਗਈ ਹੈ, ਇਹ ਬਹੁਤ ਸਾਰੀਆਂ ਭਾਸ਼ਾਵਾਂ ਦੇ ਵਿੱਚ ਅੰਕਿਤ ਕੀਤੀ ਜਾਵੇਗੀ। ਕਹਿੰਦੇ ਮੇਰੀ ਗੱਲ ਨੂੰ ਨੋਟ ਕਰ ਲਓ, ਲਿਖ ਲਓ। ਕਹਿੰਦੇ ਸੰਸਕ੍ਰਿਤ ਅਰ ਤੁਰਕਨ ਭਾਸ਼ਾ ਇਸ ਸਮੇਂ ਲਿਖ ਲਿਵੋ ਬੁੱਧੀ ਰਾਸਾ। ਕਹਿੰਦੇ ਸਭ ਉਪਰੇ ਪਸਰੇ ਭਾਈ। ਤੇ ਇਸ ਗੁਰਬਾਣੀ ਦਾ ਕਿੱਡਾ ਕੁ ਵੱਡਾ ਪ੍ਰਤਾਪ ਹੋਵੇਗਾ। ਇਹ ਵਰ ਦੇ ਰਹੇ ਨੇ ਉਸ ਟਾਈਮ ਤੇ ਸਤਿਗੁਰੂ ਜੀ। ਕਹਿੰਦੇ ਇਸ ਗੁਰਬਾਣੀ ਦਾ ਕਿੱਡਾ ਕੁ ਵੱਡਾ ਪ੍ਰਤਾਪ ਹੋਵੇਗਾ। ਕਹਿੰਦੇ ਸਭ ਉੱਪਰੇ ਪਸਰੇ ਭਾਈ, ਪੂਰੇ ਸੰਸਾਰ ਤੇ ਇਹਦਾ ਪ੍ਰਤਾਪ ਹੋਵੇਗਾ। ਹਰ ਜਗ੍ਹਾ ਤੇ ਇਹਦਾ ਪ੍ਰਕਾਸ਼ ਹੋਵੇਗਾ ਤੇ ਪੂਰੇ ਸੰਸਾਰ ਤੇ ਇਹਦਾ ਪ੍ਰਤਾਪ ਫੈਲੇਗਾ, ਪ੍ਰਤਾਪ ਹੋਵੇਗਾ। ਘਰ ਘਰ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਵਸੋਗਾ। ਤੇ ਉਦਾਹਰਣ ਕੀ ਦਿੱਤੀ? ਕਹਿੰਦੇ ਸਭ ਉੱਪਰੇ ਪਸਰੇ ਭਾਈ। ਮਿਸਾਲ ਕੀ ਦਿੱਤੀ? ਉਦਾਹਰਣ ਕੀ ਦਿੱਤੀ? ਕਹਿੰਦੇ ਜਿਵੇਂ ਜਲ ਉੱਪਰ ਚਿਕਨਤਾ ਸਾਈ। ਇੱਕ ਬਹੁਤ ਵੱਡਾ ਸਰੋਵਰ ਜਲ ਦਾ ਭਰਿਆ ਹੋਵੇ ਨਾ, ਉਸ ਸਰੋਵਰ ਵਿੱਚ ਸਿਰਫ ਤੁਸੀਂ ਇੱਕ ਬੂੰਦ ਤੇਲ ਦੀ ਪਾ ਦਿਓ। ਕਿੱਡਾ ਵੀ ਵੱਡਾ ਸਰੋਵਰ ਹੋਵੇ, ਕੋਈ ਤਲਾਅ ਛੱਪੜ ਕੋਈ ਹੋਵੇ, ਉਹਦੇ ਵਿੱਚ ਸਿਰਫ ਇੱਕ ਬੂੰਦ ਤੇਲ ਦੀ ਪਾ ਦਿਓ ਤੁਸੀਂ। ਇੱਕ ਬੂੰਦ ਕਿੰਨੀ ਕਾ? ਬੂੰਦ ਤੇ ਛੋਟੀ ਬੂੰਦ ਹੀ ਆ ਨਾ, ਲੇਕਿਨ ਇੱਕ ਬੂੰਦ ਦੀ ਜਿਹੜੀ ਚਿਕਨਾਹਟ ਅਗਲੇ ਦਿਨ ਜਾ ਕੇ ਦੇਖ ਲਓ ਪੂਰੇ ਸਰੋਵਰ ਤੇ ਛਾ ਗਈ। ਪਾਈ ਸੀ ਇੱਕ ਬੂੰਦ, ਉਹਨੇ ਸਾਰੇ ਸਰੋਵਰ ਨੂੰ ਕਵਰ ਕਰ ਲਿਆ। ਇੰਨੀ ਤੇਜ਼ੀ ਦੇ ਨਾਲ ਉਹਦੀ ਚਿਕਨਾਹਟ ਫੈਲੀ, ਇੱਕ ਬੂੰਦ ਦੀ ਚਿਕਨਾਹਟ ਜਿਹਨੇ ਬਹੁਤ ਵੱਡੇ ਸਾਰੇ ਸਰੋਵਰ ਨੂੰ ਕਵਰ ਕਰ ਲਿਆ। ਪੂਰੇ ਸਰੋਵਰ ਤੇ ਉਹ ਚਿਕਨਾਹਟ ਛਾ ਗਈ। ਇਹ ਉਦਾਹਰਨ ਦਿੱਤੀ ਸਤਿਗੁਰੂ ਜੀ ਨੇ। ਜਿਵੇਂ ਉਹ ਇੱਕ ਬੂੰਦ ਨੇ ਸਾਰੇ ਸਰੋਵਰ ਨੂੰ ਕਵਰ ਕਰ ਲਿਆ, ਇਸ ਤਰ੍ਹਾਂ ਇਸ ਗੁਰਬਾਣੀ ਦਾ ਜਿਹੜਾ ਪ੍ਰਤਾਪ ਹੈ ਸੰਸਾਰ ਦੇ ਉੱਤੇ ਫੈਲੇਗਾ। ਮੈਨੂੰ ਦੱਸੋ ਅੱਜ ਆਪਾਂ ਕਿਹਦੇ ਆਸਰੇ ਜੀ ਦੇ? ਇਸ ਬਾਣੀ ਦੇ ਆਸਰੇ। ਸਾਨੂੰ ਕਿਹਦਾ ਆਸਰਾ? ਇਸ ਗੁਰਬਾਣੀ ਦਾ ਆਸਰਾ, ਜਿਹਦੇ ਆਸਰੇ ਆਪਾਂ ਜਿਉ ਰਹੇ ਹਾਂ। ਇਹ ਏਡੀ ਵੱਡੀ ਕਿਰਪਾ ਬਖਸ਼ਿਸ਼ ਧੰਨ ਗੁਰੂ ਅਰਜਨ ਪਾਤਸ਼ਾਹ ਨੇ ਸਾਡੇ ਕਲਯੁਗੀ ਜੀਵਾਂ ਦੇ ਉੱਤੇ ਕੀਤੀ ਹੈ। ਤੇ ਬਾਬਾ ਬੁੱਢਾ ਜੀ ਨੂੰ ਸਮਝਾ ਰਹੇ ਨੇ ਕਿ ਇਹਦੀ ਦੇਖਭਾਲ ਸੇਵਾ ਕਿਵੇਂ ਕਰਨੀ ਹੈ। ਪ੍ਰਕਾਸ਼ ਹਰਿਮੰਦਰ ਸਾਹਿਬ ਵਿੱਚ ਕਰਵਾ ਦਿੱਤੇ ਨੇ ਤੇ ਸਮਝਾ ਰਹੇ ਨੇ ਕਿ ਇਸ ਨੂੰ ਬਿਰਾਜਮਾਨ ਕਿੱਥੇ ਕਰਨਾ। ਕਹਿੰਦੇ ਕੋਠਾ ਸਾਹਿਬ, ਜਿੱਥੇ ਅਸੀਂ ਆਪ ਬਿਰਾਜਦੇ ਹਾਂ। ਕਹਿੰਦੇ ਸੋਹਣਾ ਪਲੰਘ ਢਾ ਕੇ, ਸੋਹਣੀ ਵਿਸਾਈ ਕਰਕੇ ਉਸ ਜਗ੍ਹਾ ਤੇ ਬਿਰਾਜਮਾਨ ਕਰਨਾ। ਇਹ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਦੇ ਆਪ ਇਹ ਕਿਰਪਾ ਬਖਸ਼ਿਸ਼ ਕੀਤੀ। ਅੱਜ ਵੀ ਆਪਾਂ ਹਰਿਮੰਦਰ ਸਾਹਿਬ ਜਾਂਦੇ ਹਾਂ, ਦੇਖਦੇ ਹਾਂ, ਉਹ ਕੋਠਾ ਸਾਹਿਬ ਜਿਹੜਾ ਅਕਾਲ ਤਖਤ ਸਾਹਿਬ ਦੇ ਅੰਦਰ ਆ ਗਿਆ, ਜਗ੍ਹਾ ਉਹੀ। ਅਕਾਲ ਤਖਤ ਸਾਹਿਬ ਦੀ ਸਥਾਪਨਾ ਬਾਅਦ ਵਿੱਚ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਕਰਵਾਈ। ਹਰਿਮੰਦਰ ਸਾਹਿਬ ਅੰਦਰ ਬਿਰਾਜਮਾਨ ਕਰਵਾਏ, ਪਲੰਘ ਤੇ ਸੁਖਾਸਨ ਕੀਤਾ। ਇਹ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਨੇ ਆਪ ਕਿਰਪਾ ਬਖਸ਼ਿਸ਼ ਕੀਤੀ। ਤੇ ਜੇ ਆਲਿਆਂ ਤੇ ਅਲਮਾਰੀਆਂ ਵਿੱਚ ਬਿਰਾਜਮਾਨ ਕਰਦੇ ਹੁੰਦੇ ਤੇ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਉਸ ਵਕਤ ਇਸ ਤਰ੍ਹਾਂ ਕਿਉਂ ਕਰਦੇ? ਗੁਰਾਈ ਤਾਂ 10ਵੇਂ ਪਾਤਸ਼ਾਹ ਜੀ ਨੇ ਦਿੱਤੀ ਆ, ਉਦੋਂ ਤੇ ਕਾਮ ਗ੍ਰੰਥ ਹੀ ਸੀ ਨਾ, ਪਰ ਉਹਨਾਂ ਨੂੰ ਪਤਾ ਸੀ ਕਿ ਸਹੀ ਗੁਰਬਾਣੀ ਨੂੰ ਗੁਰਾਈ ਮਿਲਣੀ, ਤਾਂ ਉਹਨਾਂ ਨੇ ਇਸ ਤਰ੍ਹਾਂ ਅਦਬ ਤੇ ਸਤਿਕਾਰ ਕੀਤਾ। ਸੋ ਗੁਰਮੁਖ ਪਿਆਰਿਓ, ਸਮਾਂ ਬੜੀ ਤੇਜ਼ੀ ਦੇ ਨਾਲ ਭੱਜਿਆ ਜਾਂਦਾ ਹੈ ਤੇ ਦਾਸ ਵੀ ਨਹੀਂ ਚਾਹੁੰਦਾ ਕਿ ਬਾਹਲਾ ਜ਼ਿਆਦਾ ਟਾਈਮ ਲਾਈਏ, ਜਿਹੜੀਆਂ ਸੰਗਤਾਂ ਨੂੰ ਬਾਹਲਾ ਲੇਟ ਕਰ ਦਈਏ। ਪਰ ਕੁਝ ਗੱਲਾਂ ਵਿਸਤਾਰਦਾ ਜ਼ਰੂਰੀ ਹਰ ਹਿਰਦੇ ਵਿੱਚ ਜਾਣੀਆਂ ਚਾਹੀਦੀਆਂ ਨੇ। ਸਾਨੂੰ ਪਿਛੋਕੜ ਦਾ ਪਤਾ ਹੋਣਾ ਚਾਹੀਦਾ, ਗੁਰਬਾਣੀ ਦੇ ਅਦਬ ਸਤਿਕਾਰ ਬਾਰੇ ਪਤਾ ਹੋਣਾ ਚਾਹੀਦਾ।
ਅੱਜ ਜੋ ਹਾਲਾਤ ਬਣਦੇ ਜਾ ਰਹੇ ਉਹਨਾਂ ਬਾਰੇ ਸਾਨੂੰ ਪਤਾ ਹੋਣਾ ਚਾਹੀਦਾ ਹੈ। ਇਹ ਸਿਸਟਮ ਜੋ ਤਸਮਾਸ ਹੋ ਰਿਹਾ ਹੈ, ਕਿਉਂ ਹੋ ਰਿਹਾ ਹੈ, ਕੀ ਕਾਰਨ ਨੇ। ਸਭਨਾਂ ਨੂੰ ਪਤਾ ਹੈ ਭਲੀ ਪ੍ਰਕਾਰ ਕੇ ਜਿਹੜੀ ਇਹ ਕੌਮ ਆ ਮਾਰਸ਼ਲ ਕੌਮ ਹੈ। ਗੁਰੂ ਦੀਆਂ ਬਖਸ਼ਾਂ ਸੀਸਾਂ ਇਹਦੇ ਉੱਪਰ ਬੇਅੰਤ ਨੇ। ਜਿਤਨੀਆਂ ਮੁਗਲ ਹਕੂਮਤਾਂ ਸਨ ਉਹ ਇਸ ਕੌਮ ਕੋਲੋਂ ਡਰਨਾ ਸ਼ੁਰੂ ਹੋ ਗਈਆਂ, ਕਿਉਂਕਿ ਉਹਨਾਂ ਦੇ ਜੋ ਵੀ ਉਲਟ ਕੰਮ ਸਨ, ਜੋ ਪਾਪ ਕਰਦੇ ਸਨ, ਉਹਨਾਂ ਦੀ ਬਰਖਲਾਫੀ ਕਰਨੀ। ਜੇ ਭਾਰਤ ਦੇਸ਼ ਦੀਆਂ ਗੁਲਾਮੀ ਦੀਆਂ ਜੰਜੀਰਾਂ ਨੂੰ ਤੋੜਿਆ, ਉਹ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ, ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਤੋੜਿਆ ਜੰਜੀਰਾਂ ਨੂੰ। ਜੇ ਅਣਖ ਦੀ ਜ਼ਿੰਦਗੀ ਜਿਉਣ ਦਾ ਚੱਜ ਸਿਖਾਇਆ ਏ ਤੇ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ, ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਸਿਖਾਇਆ ਏ। ਇਹ ਦੇਸ਼ ਦੀ ਹਾਲਤ ਕੀ ਹੋ ਚੁੱਕੀ ਸੀ। ਇੱਥੇ ਲੋਕਾਂ ਦੇ ਦਿਲਾਂ ਵਿੱਚ, ਕਿਉਂਕਿ ਜਾਤੀ ਪਾਤੀ ਕਰਕੇ ਜੋ ਕੁਝ ਹੋਇਆ ਉਹਨਾਂ ਕਾਰਨਾਂ ਕਰਕੇ ਹੋਇਆ। ਜਿਹੜੇ ਜਾਤੀ ਭਵਾਨੀਪੁਰ ਸਨ ਉਹ ਆਪਣੇ ਇਸ ਹੰਕਾਰ ਦੇ ਵਿੱਚ ਹਰ ਇੱਕ ਵਿਅਕਤੀ ਨੂੰ ਨੀਵਾਂ ਸਮਝਦੇ ਸਨ, ਬੁਰਾ ਸਮਝਦੇ ਸਨ ਤੇ ਜਾਤੀਆਂ ਵਿੱਚ ਦੇਸ਼ ਵੰਡਿਆ ਹੋਇਆ, ਬ੍ਰਾਹਮਣ ਖੱਤਰੀ ਸੂਦ ਵੈਸ਼। ਤੇ ਤਾਂ ਹੀ ਧੰਨ ਗੁਰੂ ਨਾਨਕ ਨੇ ਜਿਹੜੀ ਆਵਾਜ਼ ਉਠਾਈ ਹੈ, ਉਹ ਆਵਾਜ਼ ਇਸੇ ਕਰਕੇ ਉਠਾਈ ਗਈ। ਧੰਨ ਗੁਰੂ ਨਾਨਕ ਨੂੰ ਲੋਕਾਂ ਨੇ ਆਖਿਆ, ਹੈ ਨਾਨਕ ਤੂੰ ਆਪ ਤਾਂ ਬੇਦੀ ਕੁਲ ਵਿੱਚੋਂ ਜਨਮ ਲਿਆ ਏ, ਉੱਚ ਘਰਾਣੇ ਵਿੱਚੋਂ ਜਨਮ ਲਿਆ ਏ, ਔਰ ਜਿੱਥ ਨੂੰ ਤੂੰ ਨਾਲ ਹੀ ਫਿਰਦਾ ਏ ਤੇ ਮਰਾਸੀ ਆ ਡੂਮ ਆ ਜਿਹਦੇ ਮੋਢੇ ਤੇ ਤੂੰ ਰਬਾਬ ਚਕਾਈ ਏ। ਸਾਡੇ ਲੋਕ ਤਾਂ ਇਹਦੇ ਪਰਛਾਵੇਂ ਨੂੰ ਵੀ ਨਹੀਂ ਤੱਕਦੇ ਤੇ ਤੂੰ ਇਸ ਨੂੰ ਨਾਲ ਹੀ ਫਿਰਦਾ ਏ। ਗੁਰੂ ਸਾਹਿਬ ਨੇ ਆਖਿਆ, ਅਸਲ ਵਿੱਚ ਮੈਂ ਆਇਆ ਇਹਨਾਂ ਲੋਕਾਂ ਦੇ ਪਾਸ ਬੈਠਣਾ। ਕਹਿੰਦੇ ਨੀਚਾ ਅੰਦਰ ਨੀਚ, ਜਾਤ ਨੀਚੀ ਹੋਤ ਨੀਚ, ਨਾਨਕ ਤਿਨ ਕੇ ਸੰਗ ਸਾਥ ਵੱਡਿਓ ਸੰਕਾ ਰੀਸ। ਕਹਿੰਦੇ ਜਿੱਥੇ ਨੀਚ ਸੰਭਾਲੀਆਂ ਤਿੱਥੇ ਨਦਰ ਤੇਰੀ ਬਖਸ਼ੀਸ਼। ਜੇ ਸਤਜੁਗ ਤੋਂ ਲੈ ਕੇ ਇਸਤਰੀ ਜਾਤੀ ਨੂੰ ਇਤਨਾ ਨੀਵਾਂ ਦਿਖਾਇਆ ਗਿਆ, ਪੈਰ ਦੀ ਜੁੱਤੀ ਦੇ ਸਮਾਨ ਵੀ ਨਹੀਂ ਸੀ ਸਮਝਿਆ ਜਾਂਦਾ। ਇਤਨੀ ਦੁਰਦਸ਼ਾ ਹੋ ਰਹੀ ਸੀ ਇਸਤਰੀ ਜਾਤੀ ਦੀ, ਇਤਨਾ ਮੰਦਾ ਹਾਲ ਸੀ ਇਸਤਰੀ ਜਾਤੀ ਦਾ। ਤੇ ਸਤਿਗੁਰੂ ਜੀ ਨੇ ਦੇਖਿਆ ਕਿ ਜਿਹਦੀ ਕੁੱਖ ਚੋਂ ਪੈਦਾਇਸ਼ ਪੈਦਾ ਹੋਣੀ ਹੈ, ਜਿਸ ਦੀ ਕੁੱਖ ਤੋਂ ਜਗਤ ਨੇ ਵਧਣਾ ਫੁੱਲਣਾ ਹੈ, ਜਿਸ ਦੀ ਕੁੱਖ ਤੋਂ ਰਾਜੇ ਮਹਾਰਾਜਾ ਨੇ ਜਨਮ ਲੈਣੇ ਨੇ, ਜਿਸ ਦੀ ਕੁੱਖ ਤੋਂ ਪੀਰਾਂ ਪੈਗੰਬਰਾਂ ਨੇ ਅਵਤਾਰ ਧਾਰਨ ਕਰਨਾ, ਉਸ ਨੂੰ ਤੁਸੀਂ ਮੰਦਾ ਕਹਿੰਦੇ ਹੋ। ਆਖਿਆ ਸੋ ਕਿਉਂ ਮੰਦਾ ਆਖੀ ਇੱਜ਼ਤ ਜੰਮੇ ਰਾਜਾਨ। ਇਸੇ ਮਿਸ਼ਨ ਨੂੰ ਲਾ ਕੇ ਗੁਰੂ ਕਲਗੀਧਰ ਪਾਤਸ਼ਾਹ ਜੀ ਤੱਕ ਸਾਰੇ ਗੁਰੂਆਂ ਨੇ ਆਪਣੀ ਡਿਊਟੀ ਨਿਭਾਈ। ਜੇ ਧੰਨ ਗੁਰੂ ਅਰਜਨ ਪਾਤਸ਼ਾਹ ਨੇ ਹਰਿਮੰਦਰ ਦੀ ਸਥਾਪਨਾ ਕੀਤੀ, ਮੇਨ ਕਾਰਨ ਉਹ ਵੀ ਇਹੀ ਸੀਗਾ, ਜਾਤਾਂ ਪਾਤਾਂ ਦਾ ਖੰਡਨ ਕਰਕੇ ਇਹਨਾਂ ਤੋਂ ਉੱਚੇ ਉੱਠ ਕੇ ਚੱਲਣ ਵਾਸਤੇ। ਕਿਉਂਕਿ ਜਿਹੜੇ ਜਾਤੀ ਅਭਿਮਾਨੀ ਸਨ ਉਹਨਾਂ ਨੇ ਖਾਸ ਆਰਡਰ ਦਿੱਤਾ ਸੀ ਕਿ ਧਰਮ ਥਾਂ 'ਤੇ ਕੋਈ ਸ਼ੂਦਰ ਜਾਤੀ ਦਾ ਆ ਕੇ ਨਮਸਤਕ ਨਹੀਂ ਹੋ ਸਕਦਾ, ਕੋਈ ਸੀਸ ਨਹੀਂ ਝੁਕਾ ਸਕਦਾ, ਕੋਈ ਨਾਮ ਨਹੀਂ ਜਪ ਸਕਦਾ। ਤੇ ਸਤਿਗੁਰੂ ਜੀ ਨੇ ਹਰਿਮੰਦਰ ਦੇ 4 ਦਰਵਾਜ਼ੇ ਖੋਲ੍ਹੇ, ਚਾਰੇ ਦਿਸ਼ਾ ਦੇ ਦਰਵਾਜ਼ੇ ਖੋਲ੍ਹ ਦਿੱਤੇ ਕਿ ਬ੍ਰਾਹਮਣ ਖੱਤਰੀ ਸੂਦ ਵੈਸ਼ ਉਪਦੇਸ਼ ਚੋਂ ਵਰਨੋਂ ਕੋ ਸਾਂਝਾ। ਕਿਸੇ ਵੀ ਮਜ਼ਹਬ ਦਾ, ਕਿਸੇ ਵੀ ਧਰਮ ਦਾ, ਕਿਸੇ ਵੀ ਸਰੀਰ ਦਾ ਹਰਿਮੰਦਰ ਸਾਹਿਬ ਆ ਸਕਦਾ, ਆ ਕੇ ਸੀਸ ਝੁਕਾ ਸਕਦਾ, ਨਾਮ ਜਪ ਸਕਦਾ ਤੇ ਆਪਣੇ ਗੁਨਾਹ ਬਖਸ਼ਾ ਸਕਦਾ। ਇਸੇ ਗੱਲ ਨੂੰ ਮੁੱਖ ਰੱਖਦਿਆਂ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਇਸ ਸੀਸ ਦਾ ਬਲੀਦਾਨ ਦਿੱਤਾ ਤੇ ਧੰਨ ਗੁਰੂ ਗੋਬਿੰਦ ਸਿੰਘ ਨੇ ਸਰਬੰਸ ਕੁਰਬਾਨ ਕਰ ਦਿੱਤਾ ਇਸੇ ਗੱਲ ਤੇ। ਜੋ ਦੇਸ਼ ਦੀ ਹਾਲਤ ਸੀ, ਦੇਸ਼ ਦੇ ਵਿੱਚ ਜੋ ਜਾਤੀ ਅਭਿਮਾਨੀ ਲੋਕਾਂ ਨੇ ਇਹਨਾਂ ਨੂੰ ਇਤਨਾ ਦਬਕਾ ਦਿੱਤਾ, ਇਤਨਾ ਗਿਰਾ ਦਿੱਤਾ ਕਿ ਕਿਸੇ ਦਾ ਵੀ ਤਾਂ ਸਿਰ ਚੁੱਕ ਕੇ ਤੁਰਨ ਨੂੰ ਹੌਸਲਾ ਨਹੀਂ ਸੀ ਪੈਂਦਾ, ਕੋਈ ਕਿਸੇ ਦੀ ਹਿੰਮਤ ਨਹੀਂ ਸੀ ਬਣਦੀ ਕੋਈ ਚੰਗਾ ਕਰੋ, ਕੋਈ ਚੰਗਾ ਕਦਮ ਰੱਖ ਸਕੇ। ਤੇ ਸਤਿਗੁਰੂ ਜੀ ਨੇ ਆਣ ਕੇ ਇਹ ਗੁਲਾਮੀ ਦੀਆਂ ਜੰਜੀਰਾਂ ਨੂੰ ਤੋੜਿਆ। ਜਦੋਂ ਵੀ ਕੋਈ ਬਾਹਰੋਂ ਹਮਲਾਵਰ ਆਉਂਦਾ, ਇਹਨਾਂ ਦੀ ਕਾਇਰਤਾ ਵੱਲ ਦੇਖ ਕੇ, ਇਹਨਾਂ ਦੀ ਬੁੱਝਦਿਲੀ ਨੂੰ ਦੇਖ ਕੇ ਛੋਟੇ ਛੋਟੇ ਟੋਲਿਆਂ ਦੇ ਵਿੱਚ ਆ ਕੇ ਇੰਡੀਆ ਦੇ ਵਿੱਚ ਲੁੱਟ ਖੋਹ ਕਰਕੇ
इत्थों के धन पदार्थ लुट के इत्थों तक के इत्थों दी नौजवान लड़कियां नूं वग्गां दे वग इकट्ठे करके 5-5 7-7 10-10 हज़ार लड़की कित्थे पूना सतारा ते कित्थे अफगानिस्तान कित्थों तक एडी दूरों इकट्ठियां करके जिवें भेडां दे वग चलदे ने इदां उन्हां नूं इकट्ठियां करके ते जाके गजनी दे बाज़ारां विच वेचिया जांदा सी। ये हालत सी देश दी। ते सतगुरु धन गुरु गोबिंद सिंह जी ने ऐसी कृपा कर दी जो कैरता दा जीवन सी, जो बुझ दिली दा जीवन सी, उस दे विच सपट भरी खंडे बाटे दी पौल देख के ते कल्ला कल्ला सिंह हज़ारां दी गिनती विच लड़न वास्ते तैयार कर दिता। इतनी हिम्मत बख्शी ते सतगुरु जी ने ऐसी पावर भरी जदों भी कोई बाहरले हमलावर आउंदे अहमद शाह बदाली वर्गे उन्होंने जे मूँह तोड़वा जवाब दिता तो वह गुरसिखा ने दिता है। उस तो बाद इस धरती वाल कोई देख नहीं सकिया। ते ये जो लोग सन जो विरोधी सन इस कौम नूं देखना नहीं सी चाहते ते वो देखते सन कि इन्हां दे विच शक्ति कित्थों आउंदी, इतनी वड्डी पावर कित्थों आउंदी है जो मरन मराउण दी कोई परवाह नहीं करते। जदों उन्होंने खोज की देखा कि हरमंदर साहब जाते हैं बुक जलदा भरते हैं सकते हैं तो नमस्तक होंगे ने इन्हों मरन मराउण दी कोई परवाह नहीं, इतनी शक्ति आ जाती है इन्हां दे विच ते क्यों ना इन्हां दे शक्ति दे सोमे खत्म किए जाण। उस शक्ति दे सोमे करन वास्ते खत्म करने वास्ते कितनी बार हरमंदर साहब नूं ढह ढेरी किया गया, कितनी बार सरोवर पूरिया गया और सरोवर में फसलां भी बीजियां गई। दुनिया की एक नीति चलती है, किसी कौम नूं खत्म करना होवे ना एक राजनीति यह आ कि इन्हां लोकां नूं इन्हां दे इष्ट तो दूर कर दिओ। जदों इष्ट तो दूर हो जाएंगे तो अपने आप ही खत्म हो जाएंगे। जदों ऐसे हालात बने सिखां नूं जंगलों में लुक छिप के गुजारा करना पिया, जिहड़ी गुरु साहब ने मर्यादा परंपरा दसी ही वो भुलदी भुलदी भुल गई। आलियां ते अलमारियां दे विच विराजमान किए जान लगे। वो जिहड़ी मर्यादा सतगुरु ने बख्शिश की सी वो सारी भुल गई, विसर गई। पढ़िया जरूर जाता सी जिथे जाए बहे मेरा सतगुरु सो थान सहावा राम राजे, पर गुरबाणी का कोई अदब सत्कार किसी के हिरदे विच ना रहा। ऐसा सिस्टम आ गया। एक गल दास होर बेनती कर देवे, जिवें कौम नूं खत्म करने वास्ते ऐसे यतन किए जाते हैं इन्हों इन्हां दे इष्ट तो दूर कर दिओ। इस तो दूर करने वास्ते कितनी बार हमले होए ने, 84 का समा भी आपां भुल नहीं सकता तो जड़ा बरगाड़ी कांड होया वो भी कभी भुल नहीं सकता। मेन कारण वो भी यही है, ताई थां थां ते हर जगह ते गुरु साहब दी बेदबियां वो क्यों हो रही ने, क्यों ऐसे हो रहे सन। एक कारण यही सी कि इन्हां दी गुरु ग्रंथ साहब जी प्रति गुरबाणी प्रति सरदा खत्म हो जाए, ये सरदा तो हीन हो जाना। जो सरदा तो हीन हो जाएंगे, इन्हां दी सरदा नहीं रह गई गुरु ग्रंथ साहब जी ते अपने आप ही सारे खत्म हो जाएंगे। दूसरा दुनिया की जिहड़ी पॉलिसी है ये चलती है, राजनीति ये कहती है कि किसी कौम नूं खत्म करना है ना, इन्हां लोकां नूं नशिਆਂ दे विच गरस दिओ। हुण अज दौड़ लगी कनेडा अमेरिका जाण दी, सब दी दौड़ लगी हुई है, पर तुहानूं सबनां नूं पता, तुसीं पढ़े लिखे लोग हो, उत्थों दे प्रॉपर वसनीक कौन ने, उस धरती दे मालक कौन ने, रैड इंडियन। उस धरती दे मालक ने प्रॉपर वसनीक ने रैड इंडियन। ते आपां ये बड़े लंबे समय तो सुनते आए हैं, देखते आए हैं कि हर एक व्यक्ति ये आम चर्चा चलती सी कि अंग्रेज़ों के राज विच सूरज नहीं छिपदा। वाकई नहीं छिपदा, उन्हां दे राज विच सूरज नहीं छिपदा। न्यूजीलैंड वालों सूरज चढ़ता है तो इधर कनेडा अमेरिका वाली धरती जाके खत्म होता है। हुण एक पासे सूरज छिप रहा है तो दूजे पासे चढ़ रहा है, उन्हां दे राज दे विच अज भी नहीं छिप रहा।
ਅੱਜ ਵੀ ਜੇ ਦੇਖਿਆ ਜਾਵੇ ਤੇ ਕੈਨੇਡਾ ਦੀ ਧਰਤੀ ਤੇ ਵੀ ਗੋਰਿਆਂ ਦਾ ਰਾਜ ਹੈ। ਨਿਊਜ਼ੀਲੈਂਡ ਆਸਟ੍ਰੇਲੀਆ ਦੇ ਵਿੱਚ ਵੀ ਗੋਰਿਆਂ ਦਾ ਰਾਜ ਹੈ। ਅੱਜ ਵੀ ਉਹਨਾਂ ਦੇ ਰਾਜ ਵਿੱਚ ਸੂਰਜ ਨਹੀਂ ਛਿਪ ਰਿਹਾ। ਪਰ ਮੈਂ ਜਿਹੜੀ ਗੱਲ ਕਹਿਣੀ ਚਾਹੁੰਦਾ, ਉਹਨਾਂ ਲੋਕਾਂ ਦੇ ਕਿੱਡੇ ਵੱਡੇ ਦਿਮਾਗ ਨੇ। ਸਿਰਫ ਤੇਜ਼ ਦਿਮਾਗ ਹੋਣ ਕਾਰਨ ਉਹਨਾਂ ਨੇ ਪੂਰੀ ਦੁਨੀਆ 'ਤੇ ਰਾਜ ਕੀਤਾ ਔਰ ਕਰ ਰਹੇ ਨੇ। ਜ਼ਿਆਦਾ ਤੇਜ਼ ਦਿਮਾਗ ਹੋਣ ਦੇ ਕਾਰਨ ਉਸ ਤੇਜ਼ ਦਿਮਾਗ ਦੇ ਨਾਲ ਉਹ ਜਿਹੜੇ ਰੈੱਡ ਇੰਡੀਅਨ ਸਨ, ਉਹਨਾਂ ਨੂੰ ਇਹਨਾਂ ਲੋਕਾਂ ਨੇ ਨਸ਼ਿਆਂ 'ਤੇ ਲਾਇਆ। ਉਹਨਾਂ ਨੂੰ ਨਸ਼ਿਆਂ ਦੀਆਂ ਡੋਜ਼ਾਂ ਦੇਈ ਜਾਂਦੇ ਨੇ। ਅੱਜ ਵੀ ਤੁਹਾਡੇ ਤੋਂ ਕੋਈ ਜਾਂਦਾ ਉੱਤੇ ਦੇਖ ਲੈਣਾ, ਉੱਥੇ ਪੁਲਾਂ ਥੱਲੇ ਪਏ ਹੁੰਦੇ, ਕੋਈ ਕਿਤੇ ਪਿਆ ਹੁੰਦਾ ਤਾਂ ਨਸ਼ੇ ਵਰਤੀ ਜਾਂਦੇ ਨੇ। ਉਹ ਪੈਸਾ ਝੋਕੀ ਜਾਂਦੇ ਨੇ ਤੇ ਰਾਜ ਕਰੀ ਜਾਂਦੇ ਨੇ। ਸਿਰਫ ਰਾਜ ਕਰਨ ਵਾਸਤੇ ਉਸ ਕੌਮ ਨੂੰ ਇਹਨਾਂ ਨੇ ਗਰਕ ਕਰ ਦਿੱਤਾ, ਖਤਮ ਕਰ ਦਿੱਤਾ ਗੋਰਿਆਂ ਨੇ। ਐਸੀ ਵੱਡੀ ਇਹਨਾਂ ਦੀ ਪਾਲਿਸੀ। ਤੇ ਉਹੀ ਨਿਸ਼ਾਨਾ ਤੁਹਾਡੇ 'ਤੇ ਸਾਧਿਆ ਹੈ। ਅੱਜ ਸਾਡੇ ਪੰਜਾਬ ਦੀ ਧਰਤੀ, ਆਪਾਂ ਇਹ ਵੀ ਪਹਿਲਾਂ ਪੰਜਾਬ ਹੀ ਸੀ, ਆਪਾਂ ਵੀ ਉਹਦੇ ਵਿੱਚ ਹੀ ਆਉਨੇ ਆ। ਫਰੀਦਾਬਾਦ ਤੱਕ ਪੰਜਾਬ ਸੀ ਤੇ ਹੁਣ ਵੀ ਜੇ ਪਿਛੋਕੜ ਦੇਖਿਆ ਜਾਏ ਤਾਂ ਆਪਾਂ ਪੰਜਾਬ ਦੀ ਧਰਤੀ 'ਤੇ ਬੈਠੇ ਹਾਂ। ਹਰਿਆਣਾ ਹਿਮਾਚਲ ਤੇ ਹੁਣ ਬਣੇ। ਲੇਕਿਨ ਤੁਹਾਨੂੰ ਲੋਕਾਂ ਨੂੰ ਖਤਮ ਕਰਨ ਵਾਸਤੇ ਇੱਥੇ ਇਤਨਾ ਜ਼ਿਆਦਾ ਨਸ਼ਾ ਵਰਤਿਆ ਜਾਣ ਲੱਗਾ। ਤੁਸੀਂ ਦੇਖੋ, ਰਾਜਸਥਾਨ ਦਾ ਬਾਰਡਰ ਆ, ਗੁਜਰਾਤ ਦਾ ਬਾਰਡਰ ਆ, ਉਧਰ ਕਸ਼ਮੀਰ ਦਾ ਬਾਰਡਰ ਆ। ਕਿਤੇ ਕਿਤੇ ਸੁਣਿਆ ਕਿਸੇ ਬਾਰਡਰ ਤੋਂ ਵੀ ਇੱਥੇ ਨਸ਼ਾ ਫੜਿਆ ਗਿਆ? ਤੁਹਾਡੀ ਧਰਤੀ 'ਤੇ ਕਿਉਂ ਬਾਰ-ਬਾਰ ਇਤਨਾ ਨਸ਼ਾ ਫੜਿਆ ਜਾ ਰਿਹਾ ਹੈ? ਉਹ ਮੇਨ ਕਾਰਨ ਤੁਹਾਨੂੰ ਖਤਮ ਕਰਨ ਵਾਸਤੇ। ਕਿਤਨੇ ਪਰਿਵਾਰਾਂ ਦੇ ਪਰਿਵਾਰ ਜੋ ਜਿਨ੍ਹਾਂ ਦੇ ਘਰਾਂ ਦੇ ਚਿਰਾਗ ਬੁੱਝ ਗਏ ਨੇ ਇਸ ਨਸ਼ਿਆਂ ਦੇ ਕਾਰਨ। ਤੇ ਥੋੜ੍ਹਾ ਜਿਹਾ ਧਿਆਨ ਦਿਓ, ਇਹਨਾਂ ਚੀਜ਼ਾਂ ਤੋਂ ਬਚੋ, ਇਹਨਾਂ ਚੀਜ਼ਾਂ ਦਾ ਸੇਵਨ ਨਾ ਕਰੋ। ਧੰਨ ਗੁਰੂ ਗੋਬਿੰਦ ਸਿੰਘ ਕਲਗੀਧਰ ਪਾਤਸ਼ਾਹ ਜੀ ਸਾਨੂੰ ਕਿੰਨਾ ਸਮਾਂ ਪਹਿਲਾਂ ਕਹਿ ਗਏ ਨੇ, ਕੁੱਠਾ ਹੁੱਕਾ ਚਰਸ ਤੰਬਾਕੂ ਗੰਜਾ ਤਾੜੀ ਟੋਪੀ ਖਾਕੂ ਇਨਕੀ ਔਰ ਦਾ ਕਬੂ ਦੇਖੇ ਰਹਿਤ ਵਾਂਸੋ ਸਿੰਘ ਬਚਕੇ ਕਿਤੇ ਪਾਨ ਸੁਪਾਰੀ ਖਾਤੀਆਂ ਮੁੱਕ ਬੀੜੀਆਂ ਲਾਈਆਂ ਹਰ ਹਰ ਕਦੇ ਨਾ ਚਿਤਿਓ ਜੰਮ ਪਕੜ ਚਲਾਇਆ। ਸਾਰੀ ਦੁਨੀਆ ਹਿੱਲ ਗਈ ਹੈ। ਅੱਜ ਸਾਰੀ ਦੁਨੀਆ ਇਸ ਚੀਜ਼ 'ਤੇ ਰੋਕਥਾਮ ਕਰ ਰਹੀ ਹੈ, ਇਹਨਾਂ ਭੈੜੀਆਂ ਬਿਮਾਰੀਆਂ ਤੋਂ ਬਚਣ ਵਾਸਤੇ। ਪਰ ਧੰਨ ਗੁਰੂ ਗੋਬਿੰਦ ਸਿੰਘ ਕਿੰਨਾ ਸਮਾਂ ਪਹਿਲਾਂ ਸਾਨੂੰ ਸੁਚੇਤ ਕਰਕੇ ਗਏ ਨੇ, ਇਹਨਾਂ ਚੀਜ਼ਾਂ ਤੋਂ ਬਚਣਾ ਹੈ। ਔਰ ਧੰਨ ਗੁਰੂ ਗ੍ਰੰਥ ਸਾਹਿਬ ਦਾ ਅਦਬ ਸਤਿਕਾਰ ਆਪਾਂ ਬਰਕਰਾਰ ਰੱਖਣਾ ਹੈ। ਜਿਸ ਵਕਤ ਇਹ ਸਾਰੀ ਮਰਜ਼ਾਦਾ ਭੰਗ ਹੋ ਗਈ, ਆਲਿਆਂ ਤੇ ਅਲਮਾਰੀਆਂ ਦੇ ਵਿੱਚ ਬਿਰਾਜਮਾਨ ਕੀਤੇ ਜਾਣ ਲੱਗੇ, ਨਿਰੰਕਾਰ ਨੇ, ਪਰਮੇਸ਼ਰ ਨੇ ਉਹ ਜਿਹੜੀ ਮਰਜ਼ਾਦਾ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਨੇ ਸਾਨੂੰ ਦਰਸਾਈ ਸੀ, ਧੰਨ ਗੁਰੂ ਗੋਬਿੰਦ ਸਿੰਘ ਜੀ ਤੋਂ ਸਾਨੂੰ ਹੁਕਮ ਲਾ ਕੇ ਗਏ ਸੀ, ਉਸ ਮਰਜ਼ਾਦਾ ਨੂੰ ਦੁਬਾਰਾ ਬਹਾਲ ਕਰਨ ਵਾਸਤੇ ਪਰਮੇਸ਼ਰ ਨੇ, ਅਕਾਲ ਪੁਰਖ ਨੇ ਧੰਨ ਧੰਨ ਪਿਆਰੇ ਬਾਬਾ ਨੰਦ ਸਿੰਘ ਜੀ ਨਾਨਕਸਰ ਕਲੇਰਾਂ ਵਾਲੇ ਨੂੰ ਸੰਸਾਰ ਤੇ ਜਗਤ ਤੇ ਭੇਜਿਆ। ਬਾਬਾ ਨੰਦ ਸਿੰਘ ਜੀ ਨੇ ਆਣ ਕੇ ਸਤਿਗੁਰੂ ਜੀ ਦੇ ਹੁਕਮ ਤੇ ਪਹਿਰਾ ਦਿੱਤਾ, ਉਹਨਾਂ ਦੇ ਬਚਨਾਂ ਤੇ ਪਹਿਰਾ ਦਿੱਤਾ। ਧੰਨ ਗੁਰੂ ਗ੍ਰੰਥ ਸਾਹਿਬ ਦਾ ਅਦਬ ਸਤਿਕਾਰ ਆਪ ਕੀਤਾ ਔਰ ਸਤਿਕਾਰ ਕਰਨ ਦੀ ਜਾਚਨਾ ਸਿਖਾਈ। ਪਲੰਘਾਂ ਤੇ ਬਿਰਾਜਮਾਨ ਕਰਵਾਏ, ਪਲੰਘਾਂ ਤੇ ਪ੍ਰਕਾਸ਼ ਕਰਵਾਏ। ਤੇ ਜਦੋਂ ਵੀ ਨਾਂ ਲੈਣਾ ਆਖਣਾ ਮੇਰਾ ਗੁਰੂ ਨਾਨਕ। ਜਿਤਨੀ ਗੁਰਬਾਣੀ ਇੱਕ ਓਂਕਾਰ ਤੋਂ ਲੈ ਕੇ 18 10 20 ਤੱਕ ਉਚਾਰਨ ਕੀਤੀ ਹੈ ਤੇ ਬਾਬਾ ਜੀ ਨੇ ਇੱਕ ਇੱਕ ਅੱਖਰ ਨੂੰ ਗੁਰੂ ਨਾਨਕ ਦਾ ਰੂਪ ਸਮਝ ਕੇ ਪੂਜਿਆ। ਬਾਬਾ ਜੀ ਨੇ ਇੱਥੋਂ ਤੱਕ ਕਹਿਣਾ ਜਿਹੜੇ ਅੱਖਰ ਆ, ਅੱਖਰ ਨਹੀਂ, ਇਹ ਗੁਰੂ ਨਾਨਕ ਦੀਆਂ ਅੱਖਾਂ ਨੇ। ਕਹਿਣਾ ਇਹ ਅੱਖਰ ਨਹੀਂ, ਇਹ ਗੁਰੂ ਨਾਨਕ ਦੀਆਂ ਅੱਖਾਂ ਨੇ। ਐਡੀ ਉਹਨਾਂ ਦੇ ਹਿਰਦੇ 'ਚ ਭਾਵਨਾ, ਇਤਨੀ ਸ਼ਰਧਾ, ਇਤਨਾ ਨਿਸ਼ਚਾ, ਇਤਨਾ ਵਿਸ਼ਵਾਸ ਸੀ। ਇੱਕ ਦਫਾ ਨਾਨਕਸਰ ਤੋਂ ਕੋਈ 20 ਕਿਲੋਮੀਟਰ ਦੀ ਦੂਰੀ 'ਤੇ ਸੋਹੀਆਂ ਨਗਰ ਪਿੰਡ ਹੈ, ਉੱਥੋਂ ਸੰਗਤ ਆਈ ਬਾਬਾ ਜੀ ਦੇ ਚਰਨਾਂ 'ਚ ਬੇਨਤੀ ਕਰਨ ਕਿ ਬਾਬਾ ਜੀ ਸਾਡੇ ਨਗਰ ਵਿੱਚ ਚਰਨ ਪਾਓ। ਜ਼ੋਰ ਪਾਉਣ 'ਤੇ ਬਾਬਾ ਜੀ ਨੇ ਟਾਈਮ ਦੇ ਦਿੱਤਾ, ਦਿਨ ਨਿਯਤ ਕਰ ਲਿਆ। ਨਿਯਤ ਦਿਨ 'ਤੇ ਸੰਗਤ ਲੈਣ ਵਾਸਤੇ ਆਈ। ਬਾਬਾ ਜੀ ਪੁੱਛਣ ਲੱਗੇ ਪ੍ਰੋਗਰਾਮ ਕਿੱਥੇ ਰੱਖਿਆ? ਗੁਰਦੁਆਰਾ ਸਾਹਿਬ ਵਿੱਚ। ਕਹਿੰਦੇ ਨਹੀਂ ਜੀ। ਕਿਸੇ ਧਰਮਸ਼ਾਲਾ ਵਿੱਚ ਰੱਖਿਆ? ਕਹਿੰਦੇ ਨਹੀਂ ਜੀ। ਕਹਿੰਦੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਿੱਥੇ ਕੀਤਾ? ਤੇ ਸੰਗਤ ਨੇ ਬੇਨਤੀ ਕੀਤੀ ਬਾਬਾ ਜੀ ਸਾਡੇ ਨਗਰ ਵਿੱਚ ਅਜੇ ਤੱਕ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਨਹੀਂ ਆਇਆ। ਜਦੋਂ ਇਤਨਾ ਬਚਨ ਕੀਤਾ
थले धरती ते बैठे सन, एकदम उठ के खड़े हो गए तेजी दे नाल, छाती ते हथ मार के कहंदे की क्या, कहंदे जिथे मेरा गुरु नानक नहीं गया, जिथे मेरे गुरु नानक दे चरण नहीं पे, भाव धन साहब श्री गुरु ग्रंथ साहब जी दे, कहंदे उत्थे नंद सिंह नहीं जा सकता। ऐसी उन्हां दी अवस्था, ऐसी भावना, कहंदे जिथे मेरा गुरु नानक नहीं गया, जिथे मेरे गुरु नानक दे चरण नहीं पाए, तो उत्थे नंद सिंह नहीं जा सकता। ऐसी अवस्था सी उन्हां दी, ऐसी भावना सी। सो दुनिया के कोने कोने ते जाके उन्होंने ये प्रचार किया। अज जे वर्ल्ड दे विच इतना गुरबाणी का अदब ते सत्कार है, पलंघां ते विराजमान किए जा रहे हैं, इन्ना अदब ते सत्कार है, ये बाबा नंद सिंह जी की देन है। पर यह उन्हां दी मर्यादा नहीं, मर्यादा धन गुरु अर्जन पातशाह जी की, गुरु गोबिंद सिंह जी की है। उस मर्यादा में जे बहाल किया तो बाबा नंद सिंह जी ने किया। अज सारा संसार इसे करके बाबा नंद सिंह जी का सत्कार करता है। हर हिरदे विच बाबा जी विराजमान ने, क्योंकि उन्होंने जिन्हें सेविया तिन पाया मान, जो पूजे सतगुरे अपना तिस पूजे सब कोय। इस करके बाबा जी का अदब ते सत्कार है। सो गुरमुख प्यारियो, बाबा नंद सिंह जी ने संसार ते आके जो ऐसा सिस्टम दे नाल जे नींद नूं जित्तिया है, अज दे युग विच नींद नूं जितना सब तो औखा कठिन मार्ग आ। नींद ते कंडियां दे भी सूलां दे भी आ जाती है, पर नींद नूं जित्तिया तो बाबा नंद सिंह जी ने जित्तिया। जिहड़े प्रण नेम धारण कर ले, उन्होंने सवासां तक निभाए ने। गुरबाणी का अदब सत्कार और श्वास श्वास सिमरन करके एक भी श्वास उन्होंने बिरथा नहीं जान दिता। ऐसा संसार देते एक मार्ग दिखा दिता। गुरबाणी में एक पंक्ति आती है, कोई है ऐसो भगत जो माया ते रहत, एक अमृत नाम मेरे दिदे सिंचा। कोई दम नहीं मार सकता कि कोई व्यक्ति माया तो रहत हो सकता है। कोई भी दुनिया का लोग कोई भी इस पंक्ति ते दम नहीं मार सकता कि कोई माया तो रहत हो जाए। तो जिहदी रसना ते श्वास श्वास सिमरन चलता हो, ये बेनती जरूर कर सकते हैं कि सतगुरु जी, तुहाडा सेवक बाबा नंद सिंह जी, जिन्होंने दोनों चीज़ों को अपना के संसार ते दस दिता। सारी जिंदगी उन्होंने माया नूं हथ नहीं लाया। उन्होंने देखा नहीं, पता नहीं भी नोट की होंदे ने। कोई श्वास उन्होंने बिरथा नहीं जान दिता। नींद नूं किवें उन्होंने हाव भाव दे नाल जित्तिया। इस अवस्था विच पहुंच के हुण साखियां सुणाउण दा टाइम नहीं। धन साहब श्री गुरु ग्रंथ साहब जी दे विचों प्रतੱਖ सरगण स्वरूप विच दर्शन किए धन गुरु नानक पातशाह जी। सरगुण स्वरूप में जोड़े साड़ी अख की पकड़ में आ सकते हैं। पर ऐसा समा सी, बाबा जवंत सिंह जी ते बाबा नंद सिंह जी दोनों महापुरख इन्होंने प्रण कर लिया कि जिन्ना चिर साक्षात सानू प्रतੱਖ सरगुण स्वरूप में दर्शन नहीं होंदे, उन्ना चिर अन्न जल कोई पान नहीं करना। एक दिन ऐसा आया, रोज़ ही थाल परोस के गुरु साहब के मूहरे रखते ने, बेनतियां करते हैं, पर भोग नहीं लग्या। कई दिन बतीत हो गए ने, ते कुछ ना अन्न ते ना जल सक रहे ने। खुराक तो बिना किन्ने दिन शरीर कढ़ सकता। अज जेड़े दम मारते हैं, किनू 40 दिन, किनू 50 दिन, किनू 100 दिन हो गया भुखियां बैठिया, ये सब लिफाफे ने। तुसी एक दिन रोटी जल पानी कुछ ना सको, तुहाडा शरीर आपे बोल दूगा। सो खुराक तो बिना शरीर नहीं काम कर सकता, नहीं चल सकता। कुछ दिन बतीत हो सकते हैं, पर ऐसा पहला ही उन्होंने खुराक कुछ नहीं सी। तोला भर अन्न खाते सन, जिहदे सिर्फ श्वास चलते रह सकन। इन्ना पहला ही साधिया सी, इतना कमज़ोर सी।
एक दिन फिर जो थाल परोस के रखिया है तो शरीर जड़ा सी उस तो मन मुख मोड़ गया कि हुण अगले सवाह च पता नहीं आने कि नहीं आने, सवाह चलने कि नहीं चलने, तो मौत की अड़ीक कर लग पे ने। गुरु साहिब के चरणों च था रखिया है, बेनतियां करदियां मन दा फुरना ये बन गया कि पता नहीं हुण भी सवाह च पूरे होए कि होए। बाबा जी, बाबा नंद सिंह जी, बाबा जौन सिंह जी कहते जवंदसिया जड़ा जीवन बख्शिया परमेश्वर ने, सवास बख्शे ने, कितने निष्फल ना चले जान। तो सतगुरु के चरणों च बेनती करिए इन्होंने सवासा इस जीवन को लेखे में चला लें। तो ये धारणा पढ़ो, ये जन्म तुम्हारे लेखे लेखे विच ला लो बाबा जी। जो धारणा पढ़ रहे ने पढ़द्या शरीर की ऐसी दशा होगी कि जेड़े शरीर सन वो बेहोशी की शकल में चल गए, निढाल होके धरती ते डिग पे ने। जदों निढाल होके डिग पे ने तो जिस जगह ते गुरु ग्रंथ साहिब का प्रकाश ही बड़ी तेज लाइट निकली, कमरे में चानना ही चानना हो गया। आवाज़ आई, कहते होश संभालो, कहते सुरत विच आओ, कहते मैं आ गया। जदों कन्ना च आवाज़ पई एकदम तरबक के उठ खड़े ने। जो देखा कि तकते ने जिस जगह ते गुरु ग्रंथ साहिब का प्रकाश ही, धन गुरु नानक पातशाह जी तख्त ते विराजमान ने। धन गुरु नानक पातशाह जी के चेहरे का जड़ा जलाल सी वो झलिया नहीं गया, इतना तेज जलाल सी। बाबा जी गुरु नानक पातशाह के चरणों ते ढह पे ने। हंझुआं दे नाल धन गुरु नानक पातशाह दे चरण धोते ने। गुरु नानक पातशाह कहते की चाहते हो सच्चे पातशाह, कृपा करो प्रसादे नूं भोग लाओ। प्रसादे नूं भोग लाया, शीत प्रसाद उन्हां महांपुरखां नूं दिता। गुरु नानक पातशाह कहते ओ नंद शाह इन्ना हठ नहीं करीदा। बाबा जी ने बेनती की पातशाह कलयुग का समा है, तो कलयुग के समय में इतना करड़ा इम्तिहान ना लिया करो कि कलयुगी जीव ने सरदक होकर तुहाडे चरणों तो दूर ना चला जाए। दुखिया दर्द बंद दर आया, बहुत प्यास जवाब ना पाया। कई बार आप गुरु घर में आना जाना वधाउंदे हाँ, गुरु घर की सेवा वधाउंदे हाँ, नितनेम वधाउंदे हाँ। जदों कोई मूरियों कोई करिश्मा कोई झलक कोई प्राप्ति नहीं होती तो फिर असी नसरदक हो जाते हैं। गुरु घर आना भी बंद कर देंगे हाँ, नितनेम भी छड़ देंगे हाँ, सेवावां भी सारियां छड़ देंदियां ते नसरदक होके घर बैठ जाते। कोई महात्मा तपस्या कर रहा सी, लागों दी नारद मुनि जी जा रहे सन। पुछन लगा तुसी कित्थे चले हो? कहंदा मैं भगवान नूं मिलन चलिया। वो तपस्वी कहन लगा जे तुसी भगवान कोल चले हो तो मेरी एक बेनती कर देनी भगवान के चरणों से। पुछन लगा की बेनती? भगवान नूं कहना पुछना बेनती करनी कि कदों दर्शन होणगे। नारद जी चले गए, भगवान जी नूं मिल के फिर वापस उस रस्ते परत रहे ने। जदों लागों दी लंघन लगे तो साधक कहंदा भगवान नूं मिल आए हो? कहंदा हाँ मिल आया। कहंदा मेरा सुनेहा मेरी बेनती नारद जी बोले नहीं। फिर दोबारा बेनती की, फिर नहीं बोले। तीजी बार कहन लगा जे तुसी मेरी बेनती करनी भुल गए हो तो कोई गल नहीं। नारद कहंदा मैं भुलिया नहीं, पर जवाब बड़ा सख्त है। कोई तो मेरे मालक का परमेश्वर का जवाब होगा ना। नारद कहंदा भगवान ने आख्या उसनूं कहना जिस दरख्त के थले बैठ के तपस्या कर रहा है, जितने इस दरख्त नूं पत्ते लगे ने इतने जन्म धार के मेरी तपस्या करेगा तो तां जन्म दर्शन होणगे। जदों वचन सुनिया उहदी कोई खुशी की हद ना रही, उठ के टप्पन लग पिया, नचन लग पिया, कुदन लग पिया।
नारद जी कहते मैं तो सोचा सी तू नरसरदक हो जावेगा, पर तेरी खुशी की कोई हद नहीं रही। तो उसने अगों जवाब दिता, कहता मैं इतने जन्म धार के भी वो तपस्या कर लवांगा, पर दर्शन तो होणगे ना। कह रविदास आस लग जाओ। आस तो है ना, भरोसा तो है ना। दास तुहानूं बेनती करदा समुची संगत नूं, ये डर नहीं छड्डना, अपने मालक तो भरोसा नहीं तोड़ना, भरोसा नहीं छड्डना। हमेशा इस दर दे नाल आपां जुड़े रहना, हमेशा अपनी टेक गुरु दे उत्ते रखनी है। कोई ऐसा एक दिन आवेगा, पौं 12 हो जाएंगे, सब कुछ प्राप्त हो जाएगा। परमेश्वर का एक ऐसा जो निशाना है, जो परमेश्वर परखदा है सेवक को। परमेश्वर सतगुरु गुरु परख करता है सेवक की कि यदि किन्नी क भाज है, किन्नी क दौड़ आ, तो कदों बख्शिश होंदी है, कदों प्राप्ति होंदी है। आप रोज़ ये आम गल पढ़ते हैं कि आप गवाइए तां सो पाइए। बाबा नानक सिंह जी, बाबा जवान सिंह जी ने अपना आप निसावर किया, उन्होंने होंद खत्म हो गई। जदों होंद खत्म हो गई तो फिर परमेश्वर ने कृपा की, प्रतक्ष सरगुण स्वरूप धारण करके दर्शन किए। सो गुरमुख प्यारिओ, सिर्फ अपनी होंद नूं खत्म करने की लोड़ है। जिहड़ी साडी होंद आ वो जदों खत्म हो जाएगी तो उस वक्त प्रभु की प्राप्ति हो जाएगी। सो गुरमुख प्यारिओ, इत्थे आउण दा लाभ की है? आपां भैड़े तमाम नशਿਆਂ तो बचो, धर्म की किरत करो, आए गए भग की सेवा करो, बाणी और बाणे दे धारनी होवो, खंडे बाड़े का अंमृत पान करो। धन गुरु गोबिंद सिंह जी के सपुत्र और सपुत्रियां सदवाउण के दावेदार बनो। संगत उन्हां दी करो जिहड़े सानू धन साहिब श्री गुरु ग्रंथ साहिब जी के नाल जोड़ते हैं, जिहड़े गुरु ग्रंथ साहिब जी नालों तोड़ के अपने मगर लाउंदे ने, उन्हां दी भुल के भी संगत नहीं करनी। क्योंकि दुनिया ते बहुत पखंड रचा गया है, बहुत हाव भाव किए जाते हैं तोड़न वास्ते, पर सतगुरु जी के हुक्म की पालना करके टेक गुरु ग्रंथ साहिब जी के उत्ते रखड़ी है, निशाना गुरु ग्रंथ साहिब ते रखना है, इस बाणी ते रखना है। संगत उन्हां दी करदी जिहड़े सानू धन साहिब श्री गुरु ग्रंथ साहिब जी के नाल जोड़ते हैं। सो इत्थे आउण दा ही लाभ है। तो दास भाई कुलदीप सिंह जी जनेजा, बीबी सरोज जनेजा, बीबी मनदीप कौर जनेजा और ये परिवार के उद्यम ते उपराले दे नाल ये सारा इत्थे आउण दा जो सुभाग प्राप्त होया। प्रधान साहब इत्थों दे हरिंदरपाल सिंह जी भाटिया साहब जी, एक कमेटी के जो मैंबर ने हरजीत सिंह जी, वरिंदर सिंह जी, हरजोत सिंह जी, इन्होंने भी बहुत प्यार का निघा सबूत दिता। और बीबी राखी और सभरवाल परिवार और ये सारे ही इन्हों के उद्यम ते उपराले का सदका इत्थे आउंदा सानू सुभाग प्राप्त होया। समुची संगत का दास कोटान कोट धन्यवाद करता है। फिर किते समा मिला तो फिर आके दर्शन कर जावांगे। भुलां चुकां दी खिमा। वाहिगुरू जी का खालसा, वाहिगुरू जी की फतेह। कोई गल नहीं, पहला देग बनाई आनंद साहब, आनंद साहब धारना ला के आनंद साहब पढ़ ਤੁਹਾਡੀ ਆਵਾਜ਼ ਲੱਗ ਜਾਏ। ਚਲੋ ਬਾਜ਼ਾਰ ਰੱਖੂਗੇ, ਸਾਜ ਲਿਓ, ਚਲ ਜਲਦੀ ਕਰੋ। ਛੇਤੀ ਕਰੋ। ਸਾਜ ਰੱਖੋ।